ਇੱਥੇ K-12 ਤੱਕ ਜਿਹੜੀ ਆ ਉਹ ਪੰਜਾਬੀ ਲਾਗੂ ਆ, ਜਿਹਦੇ ਵਿੱਚ ਡਾਕਟਰ ਜੋਸਨ ਉਹਨਾਂ ਨੇ ਪਿਛਲੀ ਵਾਰ ਜ਼ਿਕਰ ਕੀਤਾ ਸੀ ਕਰਮਨ ਹਾਈ ਸਕੂਲ ਡਿਸਟ੍ਰਿਕਟ ਦੇ ਵਿੱਚ ਪਿਛਲੇ 7-8 ਸਾਲ ਤੋਂ ਉਹ ਪੜ੍ਹਾਈ ਜਾ ਰਹੀ ਹੈ। ਤੇ ਉਹਦੇ ਵਿੱਚ ਦਿਲਚਸਪੀ ਦੀ ਗੱਲ ਇਹ ਸੀ ਕਿ ਪਹਿਲੇ 2 ਸਾਲ ਹੋਏ ਸਾਡੀ ਸਿੱਖ ਕੌਂਸਲ ਦੀ ਮੀਟਿੰਗ ਸੀ, ਤੇ ਉਹਦੇ ਵਿੱਚ ਇੱਕ ਮੈਂਬਰ ਨੇ ਆਖਿਆ ਕਿ ਵੇਖੋ ਜੀ ਉੱਥੇ ਕਿੱਡੀ ਸ਼ਰਮ ਵਾਲੀ ਗੱਲ ਹੈ ਸਾਡੀ ਕਮਿਊਨਿਟੀ ਵਾਸਤੇ ਕਿ ਉੱਥੇ ਇੱਕ ਆਪਣਾ ਮੈਕਸੀਕਨ ਮੁੰਡਾ ਜਿਹੜਾ ਉਹ ਪੰਜਾਬੀ ਚੋਂ ਫਸਟ ਆਇਆ। ਤੇ ਉਹ ਮੈਂ ਕਿਹਾ ਵੀ ਇਹ ਸ਼ਰਮ ਵਾਲੀ ਗੱਲ ਹੈ ਕਿ ਮਾਣ ਵਾਲੀ ਗੱਲ ਹੈ? ਇਹ ਤਾਂ ਬੜੇ ਮਾਣ ਵਾਲੀ ਗੱਲ ਆ। ਉਦੋਂ ਮੇਰੇ ਖਿਆਲ 50-60 ਬੱਚੇ ਸੀ ਜਿਹੜੇ, ਹੁਣ ਮੈਨੂੰ ਰੀਸੈਂਟ ਨਹੀਂ ਪਤਾ, ਡਾਕਟਰ ਜੋਸਨ ਸ਼ਾਇਦ ਇਹਦੇ ਬਾਰੇ ਕੋਈ ਦੱਸ ਸਕਣਗੇ ਕਿ ਬੱਚੇ ਘਟ ਗਏ ਆ। ਉਹਦੇ ਵਿੱਚ ਹੁਣ ਇਹ ਆ ਕਿ ਉਹ ਜਿਹੜਾ ਯਤਨ ਆ ਨਾ ਜਥੇਬੰਦੀਆਂ ਵੱਲੋਂ, ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਅੰਗਰੇਜ਼ੀ ਦੀ ਕਹਾਵਤ ਹੈ, ਯੂ ਬ੍ਰਿੰਗ ਏ ਹਾਰਸ ਟੂ ਦ ਰਿਵਰ ਟੂ ਵਾਟਰ ਬਟ ਯੂ ਕੈਨੋਟ ਮੇਕ ਇਟ ਡਰਿੰਕ। ਹੁਣ ਉਹ ਜਿਹੜਾ ਅੱਗੋਂ ਲਾਭ ਉਠਾਉਣਾ ਜਿਹੜਾ ਨਾ, ਉਹ ਉੱਥੋਂ ਦੀ ਲੋਕ, ਕਿਉਂਕਿ ਤੁਹਾਨੂੰ ਪਤਾ ਜਿਸ ਤਰ੍ਹਾਂ ਕੈਨੇਡਾ ਵਿੱਚ ਇਸ ਤਰ੍ਹਾਂ ਇੱਥੋਂ ਦੇ ਸਕੂਲ ਡਿਸਟ੍ਰਿਕਟ ਨੇ, ਦੇ ਆਰ ਪ੍ਰੀਟੀ ਇੰਡੀਪੈਂਡੈਂਟ। ਉਹਨਾਂ ਦਾ ਆਪੋ ਆਪਣਾ ਹਿਸਾਬ ਕਿਤਾਬ ਹੈ, ਆਪੋ ਆਪਣਾ ਹੀ ਪੜ੍ਹਾਉਣ ਦਾ, ਉਹਦਾ ਟੈਕਸਟ ਬੁੱਕਸ ਦੀ ਸਿਲੈਕਸ਼ਨ, ਜਿਸ ਤਰ੍ਹਾਂ ਟੀਚਰਸ ਦੀ, ਸਾਰਾ ਕੁਝ ਇਸ ਤਰ੍ਹਾਂ। ਤੇ ਪਰ ਉੱਥੇ ਜੇ ਲੋਕਲ ਪੇਰੈਂਟਸ ਜਿਹੜੇ ਬੋਰਡ ਦੇ ਮੈਂਬਰਸ ਨੇ, ਜਾਂ ਉੱਥੇ ਬੱਚਿਆਂ ਦੀ ਬਹੁਤਾਤ ਹੈਗੀ ਆ ਜੋ ਪੜ੍ਹਨਾ ਚਾਹੁੰਦੇ ਨੇ, ਤੇ there is a provision ਕਿ ਉੱਥੇ ਉਹ ਸਕੂਲ ਟੀਚਰ ਰੱਖ ਦੇਣਗੇ। ਇਹ ਤਾਂ ਇੱਕ ਉਹਦਾ ਪਹਿਲੂ ਆ। ਦੂਸਰਾ ਜਿਹੜਾ ਕਰਿਕੂਲਮ ਦੇ ਵਿੱਚ ਜਿਹੜਾ ਪ੍ਰੋਪਰ ਇਹਦੀ ਆਪਣੇ ਸੱਭਿਆਚਾਰ ਬਾਰੇ ਜਾਂ ਸਿੱਖ ਧਰਮ ਬਾਰੇ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਸਾਨੂੰ ਇਹ ਮਿਲੀ ਜਦੋਂ ਅਸੀਂ ਇਹ ਦੇਖਿਆ 9/11 ਤੋਂ ਬਾਅਦ ਇੰਨੀ ਇਗਨੋਰੈਂਸ ਕਿਉਂ ਆ। ਤੇ ਉਹਦਾ ਇਹ ਦੇਖਿਆ ਕਿ ਜਦੋਂ ਇਹਨਾਂ ਦੀਆਂ ਸਕੂਲਾਂ ਦੀਆਂ ਬੁੱਕਸ ਵਿੱਚ ਵੇਖਿਆ ਤੇ ਸਾਰਿਆਂ ਬਾਕੀ ਧਰਮਾਂ ਬਾਰੇ ਥੋੜੀ ਵਾਲੀ ਇਨਫੋਰਮੇਸ਼ਨ ਜਿੰਨੀ ਕਿ ਇੱਥੋਂ ਦੇ ਸੰਵਿਧਾਨ ਵਿੱਚ ਅਲਾਉਡ ਆ ਉਹ ਹੈਗੀ ਸੀ। ਸਿੱਖਾਂ ਬਾਰੇ ਇੱਕ ਲਾਈਨ ਵੀ ਨਹੀਂ ਸੀ ਕਿ ਇਹ ਕੌਣ ਨੇ, ਇਹ ਕਿੱਥੋਂ ਆਏ ਨੇ ਤੇ ਕਦੋਂ ਆਏ ਨੇ। ਤੇ ਉਹਦੇ ਬਾਰੇ ਜਿਹੜਾ ਉਹ ਹੁਣ ਉਹ ਕਰਿਕੂਲਮ ਦੇ, ਜਦੋਂ ਅਸੀਂ ਸਟੇਟ ਬੋਰਡ ਆਫ ਐਜੂਕੇਸ਼ਨ ਨੂੰ ਅਪਰੋਚ ਕੀਤਾ ਵੀ ਇਹਨੂੰ ਇਨਕਲੂਡ ਕਰੋ, ਤੇ ਉਹ ਕਹਿਣ ਲੱਗੇ ਵੀ ਇਹ ਲੰਬਾ ਪ੍ਰੋਸੈਸ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ, ਯੂ ਹੈਵ ਟੂ ਲੌਬੀ ਐਂਡ ਚੇਂਜ ਦਾ ਕਰਿਕੂਲਮ ਫਰੇਮਵਰਕ ਫਸਟ। ਤੇ ਉਹ ਅਸੀਂ ਆਖਿਆ ਵੀ ਉਹ ਫਿਰ ਕਿਸ ਤਰ੍ਹਾਂ ਕਰੋ, ਉਹਦੇ ਵਾਸਤੇ ਕਿ ਕਰਿਕੂਲਮ ਕਮਿਸ਼ਨ ਜਿਹੜਾ ਉਹ ਸੈਟਅਪ ਹੁੰਦਾ। ਇਹ 2009 ਦੀਆਂ ਗੱਲਾਂ ਨੇ। ਤੇ ਉਦੋਂ ਫਿਰ ਕਰਿਕੂਲਮ ਕਮਿਸ਼ਨ ਜਿਹੜਾ ਉਹ ਸੈਟਅਪ ਹੋਇਆ, ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਉਦੋਂ ਦੱਸਿਆ ਤੁਹਾਡੇ ਉੱਥੇ ਮੋਹਸੋਤਾ ਮਿਨਿਸਟਰ ਸਨ, ਸਾਡੇ ਉੱਥੇ ਕੈਲੀਫੋਰਨੀਆ 'ਚ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਸੀ, ਪਰ ਇੱਕ ਸਾਡੀ ਸਕੂਲ ਟੀਚਰ ਸੀ, ਉਹ ਉਹਨਾਂ ਨੇ ਕਮਿਸ਼ਨ ਦੀ ਮੈਂਬਰ ਲੈ ਲਈ। ਉਸ ਕੁੜੀ ਨੇ ਬੜਾ ਯੋਗਦਾਨ ਜਿਹੜਾ ਉਹ ਪਾਇਆ, ਤੇ ਉਹਦੇ ਵਿੱਚ ਫਿਰ ਉਹ ਜਿਹੜੀ ਹੈ ਪੰਜਾਬੀ ਜਿਹੜੀ ਆ ਸੱਭਿਆਚਾਰ ਬਾਰੇ ਜਾਣਕਾਰੀ, ਸਿੱਖ ਧਰਮ ਬਾਰੇ ਜਾਣਕਾਰੀ, ਉਹ ਅਪਰੂਵ ਹੋ ਗਈ। ਉਸ ਤੋਂ ਬਾਅਦ ਫਿਰ ਇਹ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਅਪਰੂਵ ਕਰਕੇ ਫਿਰ ਗਵਰਨਰ ਕੋਲ ਗਈ। 2016 ਵਿੱਚ ਇਹ ਅਪਰੂਵ ਹੋਈ, ਤੇ ਜਿਹੜੀਆਂ ਟੈਕਸਟ ਬੁੱਕਸ ਨੇ ਉਹ 2018 ਵਿੱਚ ਛਪੀਆਂ। ਹੁਣ ਉਹ ਕਿਤਾਬਾਂ ਜਿਹੜੀਆਂ ਨੇ ਉਹ ਹੁਣ ਇਹਨਾਂ ਕੋਲ 2 ਸਾਲ ਸੀਗੇ ਕਿ ਉਹ ਹਰ ਸਕੂਲ ਜਿਹੜਾ ਉਹ ਕਿਤਾਬਾਂ ਖਰੀਦੇਗਾ। ਉਹਦੇ ਵਿੱਚ ਕੀ ਹੋਈ ਹੈ ਪ੍ਰੋਗਰੈਸ, ਉਹ ਹਾਲੇ ਨਹੀਂ ਅਸੀਂ ਦੇਖਿਆ, ਪਰ ਦਿਸ ਇਜ਼ ਵੇਅਰ ਇਟ ਇਜ਼। ਉਹ ਕਿਤਾਬਾਂ ਜਿਹੜੀਆਂ ਨੇ, ਟੈਕਸਟ ਬੁੱਕਸ ਨੇ ਜਿਹੜੇ ਦੇ ਆਰ ਅਵੇਲੇਬਲ। ਹੁਣ ਇੱਥੇ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਕੈਲੀਫੋਰਨੀਆ ਸਟੇਟ ਵਾਈਡ 10 ਉਹਦੇ ਲਰਨਿੰਗ ਡਿਸਪਲੇ ਸੈਂਟਰਸ ਨੇ, ਉਹਦੇ ਵਿੱਚੋਂ ਫਰੈਜ਼ਨੋ ਇੱਕ ਆ, ਜਿੱਥੇ ਉਹਨਾਂ ਨੇ ਉਹੋ ਜਿਹੀ ਥਾਂ ਤੇ ਉਹ ਕਿਤਾਬਾਂ ਰੱਖੀਆਂ ਨੇ ਜਿੱਥੇ ਉਹ ਸਕੂਲ ਟੀਚਰਸ ਨੂੰ ਅਵੇਲੇਬਲ ਨੇ, ਜਾਂ ਜੇ ਕੋਈ ਲੋਕਲ ਯੂਨੀਵਰਸਿਟੀ ਕੈਂਪਸ ਹੈਗਾ ਤੇ ਉੱਥੇ ਵੀ ਉਹ ਉਹਦੇ ਜਿਹੜੇ ਟੀਚਰਸ ਨੇ ਜਿਹੜੇ ਪੜ੍ਹਾਉਣ ਵਾਲੇ ਉਹਨਾਂ ਨੂੰ ਉਹ ਅਵੇਲੇਬਲ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਯੂਨੀਵਰਸਿਟੀ ਔਰ ਫ੍ਰਿਜ਼ਨੋ ਹੈ, ਦੇयर इज अ स्ट्रांग ਕਮਿਊਨਿਟੀ देयर। ਇਸ ਦੇ ਮੁਕਾਬਲੇ ਵਿੱਚ ਰਿਵਰ ਸਾਈਡ ਹੈ। ਤੁਹਾਨੂੰ ਐਕਸਪਲੇਨ ਕਰਨਗੇ ਜੋ ਸੰਧੂ ਜੀ ਉੱਪਰ ਬੈਠੇ ਨੇ ਕੋਰਨਰ ਤੇ, ਕਿਉਂਕਿ ਇਹਨਾਂ ਨੇ ਸਟਾਰਟ ਸਕੂਲ, ਕਿਉਂਕਿ ਗੁਰਦੁਆਰਿਆਂ ਦਾ ਕਾਫੀ ਪਾਰਟ ਹੈਗਾ ਇੱਥੇ। ਅੱਛਾ, ਜਦੋਂ ਇਹਨਾਂ ਨੇ ਗੁਰਦੁਆਰਾ ਸਟਾਰਟ ਕੀਤਾ ਤਾਂ ਡਿਪੈਂਡ ਪਾਉਂਦਾ ਕਮਿਊਨਿਟੀ ਔਰ ਜਿਹੜੇ ਉਹਦੇ ਆਰਗੇਨਾਈਜ਼ਰ ਹੈਗੇ ਆ, ਉਹਨਾਂ ਨੇ ਵਧਾ ਕੇ 100 ਤੋਂ 200, 200 ਤੋਂ 300 ਬੱਚੇ ਲਿਆਂਦੇ ਆ, ਸਟਿਲ ਕੰਟੀਨਿਊ। ਕੁਝ ਹੋਰ ਗੁਰਦੁਆਰੇ ਹੈਗੇ ਆ, ਕੁਝ ਬੜੇ ਪਾਰਟਿਸਿਪੇਟ ਕਰ ਰਹੇ ਨੇ, ਉਹਨਾਂ ਦੇ ਵਿੱਚ ਕਈਆਂ 'ਚ ਕਮੀ ਹੈਗੀ ਆ। 50 ਬੰਦੇ ਆਏ ਤੇ ਉੱਥੇ 50 ਦੇ ਵਿੱਚੋਂ ਫਿਰ 25 ਰਹਿ ਗਏ, 25 ਚੋਂ 10 ਰਹਿ ਗਏ। ਇਟ ਹੈਪਨ ਇਨ ਸੇਮ ਇਨ ਰਿਵਰ ਸਾਈਡ ਏਰੀਆ। ਸੋ ਕੁਐਸਚਨ ਇਹ ਹੈਗਾ ਕਿ ਅਸੀਂ ਪ੍ਰੋਗਰੈਸ ਕਿੰਨੀ ਕੀਤੀ। ਤੁਸੀਂ ਜੋ ਸੰਧੂ ਜੀ। ਹਾਂਜੀ ਤੇ ਹਾਂਜੀ ਪਿਸ਼ੌਰਾ ਸਾਹਿਬ ਜੀ, ਜੋ ਤੁਸੀਂ ਜੋ ਬੋਲਿਆ ਬੜੀ ਚੰਗੀ ਸਟੇਟਮੈਂਟ ਦਿੱਤੀ ਆ। ਆਪਣੇ ਪੰਜਾਬੀ ਨੂੰ ਅੱਗੇ ਲਿਆਉਣ ਲਈ ਨਾ ਕਈ ਦੇ ਸੈਟਬੈਕਸ ਹੈਗੀਆਂ। ਆਪਣੇ ਗੁਰੂ ਘਰਾਂ 'ਚ ਜੇ ਸ਼ੁਰੂ ਕੀਤੀਆਂ ਜਾਣ ਨਾ ਪੰਜਾਬੀ ਪੜ੍ਹਾਉਣਾ, ਬੱਚਿਆਂ ਦਾ ਇੰਟਰਸਟ ਕ੍ਰੀਏਟ ਕੀਤਾ ਜਾਵੇ ਤੇ ਬੱਚੇ ਸਕੂਲ ਜਾ ਕੇ ਵੀ ਪੜ੍ਹ ਸਕਣ। ਇਹ ਆਪਣਾ ਬੇਸਿਕ ਐਜੂਕੇਸ਼ਨ ਆ ਜਿਹੜੀ
ਘਰੋਂ ਮਿਲਦੀ ਆ। ਜੇ ਘਰ ਵਾਲੇ ਹੀ ਨਹੀਂ ਐਫਰਟ ਕਰਨਗੇ ਨਾ, ਬੱਚਿਆਂ ਨੇ ਸਕੂਲ 'ਚ ਜਾ ਕੇ ਪੰਜਾਬੀ ਨਹੀਂ ਪੜ੍ਹਨੀ। ਇੱਕ ਤਾਂ ਇਹ ਗੱਲ ਆ ਜੀ। ਦੂਸਰੀ ਗੱਲ ਬਈ ਸਕੂਲਾਂ ਵਿੱਚ ਆਪਣੇ ਸਰਟੀਫਾਈਡ ਲੋਕ ਹੈ ਨਹੀਂ। ਕੋਈ ਵੀ ਬੰਦਾ ਸਕੂਲ ਵਿੱਚ ਪੜ੍ਹਾਉਂਦਾ ਨਾ, ਉਹਦੇ ਕੋਲ ਸਰਟੀਫਿਕੇਸ਼ਨ ਹੋਣੀ ਚਾਹੀਦੀ ਆ to teach in elementary, junior high and senior highs or junior college level or college level. Okay, ਆਪਣੇ we don't have very many people in that area. ਤੇ ਹੋਰ ਗੱਲ ਏਦਾਂ ਆ ਵੀ ਅਸੀਂ ਤਾਂ ਕਹਿੰਦੇ ਵੀ ਪੰਜਾਬੀ ਇੱਥੇ ਹਰੇਕ ਸਕੂਲ 'ਚ ਹੋਵੇ, ਪਰ it is very hard to bring Punjabi in every. The minimum students have to be in California, 15 to 20 students to bring a teacher. And that teacher should be certified. And uncertified teacher kade bhi California school ch nahi padha sakde. Even unless it's a private school, they can keep uncertified teacher, but they have to be informed they are treating kids same way in American community is being treated. ਸੰਧੂ ਸਾਹਿਬ ਤੁਹਾਡੇ ਪ੍ਰੋਗਰੈਸ ਕੀ ਹੈ ਪਿਛਲੇ 5 ਸਾਲ ਦੇ ਵਿੱਚ? ਪਹਿਲਾਂ 50 ਬੱਚੇ ਸੀ, 100 ਹੁਣ 200, ਕਿੰਨੇ ਹੋ ਜਾ ਹੁਣ ਇਸ ਵਾਰ? ਹੁਣ 400 ਆ ਜੀ। 400 ਬੱਚਾ ਹੈਗਾ। ਵੈਰੀ ਗੁੱਡ ਪ੍ਰੋਗਰੈਸ ਦੇ ਡੇਟ। ਕਿਉਂਕਿ ਜਿਹੜੀ ਮੈਨੇਜਮੈਂਟ ਹੈ ਨਾ, ਇਹਨਾਂ ਨੇ ਗੱਲ ਕੀਤੀ ਆ, ਉਹ ਥੋੜੇ ਜਿਹੇ ਵੈਰੀ ਪ੍ਰੋਫੈਸ਼ਨਲ ਵੀ ਹੈ, ਕੁਝ ਸਿੱਧੇ ਵੀ ਹੈਗੇ ਨੇ, ਕੁਝ ਲੋਕ ਬੜੀ ਹੈਲਪ ਕਰ ਰਹੇ ਨੇ। ਓਕੇ ਸਿੰਘੜਾ ਸਾਹਿਬ, ਚਲੋ ਤੁਸੀਂ ਕਰੋ ਜੀ। ਹਾਂਜੀ, ਮੈਂ ਢਿੱਲੋਂ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ। ਜਿਹੜੀ ਬਹੁਤ ਸੋਹਣੇ ਢੰਗ ਨਾਲ ਸਾਰਾ ਐਕਸਪਲੇਨ ਕੀਤਾ। ਮੈਨੂੰ ਲੱਗਦਾ ਕਿ ਆਪਣੀਆਂ ਪ੍ਰੋਬਲਮਾਂ ਸੇਮ ਹੀ ਆ। ਅਸੀਂ ਇੱਥੇ BC ਵਿੱਚ ਬਹੁਤ ਕੋਸ਼ਿਸ਼ ਕੀਤੀ ਆ। ਜਦੋਂ 2-3 ਜਿਹੜੇ ਵੱਡੇ ਚੈਲੰਜ ਆ ਸਾਡੇ, ਜਿਵੇਂ ਆਪਣੇ ਸਿੱਧੂ ਸਾਹਿਬ ਨੇ ਮੈਂਸ਼ਨ ਕੀਤਾ, ਟੀਚਰ ਸ਼ਾਰਟ ਇੱਕ ਟਾਈਮ ਤੇ ਸਾਡੇ ਸਾਰੇ BC ਦੇ ਵੱਡੇ ਸ਼ਹਿਰ ਜਿਹੜੇ, ਉੱਥੇ ਪੰਜਾਬੀ ਲੱਗੀ ਸੀ, ਜਿਵੇਂ ਕੈਮਰੂਪਸ, ਕਲੋਨਾ, ਟੈਰਿਸ ਵਗੈਰਾ ਸਾਰੇ। ਲੇਕਿਨ ਜਦ ਆਪਣਾ ਟੀਚਰ ਉੱਥੋਂ ਮੂਵ ਹੋ ਗਿਆ, ਉਹਨਾਂ ਨੂੰ ਕੋਈ ਪੰਜਾਬੀ ਟੀਚਰ ਨਹੀਂ ਮਿਲਿਆ, ਪੰਜਾਬੀ ਫਿਨਿਸ਼ ਹੋ ਗਈ। ਸੋ ਹੁਣ ਮੋਸਟਲੀ ਪੰਜਾਬੀ ਸਾਡੇ ਮੈਟਰੋ ਵੈਨਕੂਵਰ ਦੇ ਏਰੀਆ 'ਚ ਕੰਸਨਟਰੇਟ ਕੀਤੀ ਆ ਜਾਂ ਐਵਰਫੋਰਡ ਆ। ਇਹ ਇੱਕ ਚੈਲੰਜ। ਦੂਜਾ ਚੈਲੰਜ ਜਿਹੜਾ ਤੁਹਾਡੇ ਨਾਲ ਆਪਣਾ ਸਾਂਝਾ ਆ, ਅਸੀਂ ਇੱਥੇ BC ਬਹੁਤ ਕੋਸ਼ਿਸ਼ਾਂ ਕਰ ਰਹੇ, ਜਿਵੇਂ ਸਾਧੂ ਨੇ ਕਿਹਾ ਅੱਗੇ ਵੀ ਅਸੀਂ BC 'ਚ ਕਾਫੀ ਚਿਰ ਤੋਂ ਲੱਗੇ 25 ਸਾਲ ਹੋ ਗਏ ਸਾਨੂੰ, ਤੇ ਬਹੁਤ ਕੋਸ਼ਿਸ਼ਾਂ ਕੀਤੀਆਂ, ਸਾਨੂੰ ਕਾਮਯਾਬੀ ਬਹੁਤ ਹੋਈ ਆ। ਲੇਕਿਨ ਹਾਲੇ ਵੀ ਹੁਣ ਟੋਰਾਂਟੋ ਇਸ ਵੇਲੇ BC ਨਾਲੋਂ ਵੀ ਜ਼ਿਆਦਾ ਪੰਜਾਬੀ ਵਸਦੇ ਆ। ਲੇਕਿਨ ਉੱਥੇ ਜਿਹੜਾ ਇੰਟਰਸਟ ਸਾਨੂੰ ਆ, ਜਿਹੜੀ ਸਾਡੀ ਲਗਨ ਆ, ਉੱਥੇ ਸਾਨੂੰ ਬੜੀਆਂ ਕੋਸ਼ਿਸ਼ਾਂ ਕੀਤੀਆਂ, ਹਾਲੇ ਤੱਕ ਵੀ ਅਸੀਂ ਕਾਮਯਾਬ ਨਹੀਂ ਹੋਏ। ਇਸੇ ਤਰ੍ਹਾਂ ਹੁਣ ਸਾਡੇ ਕੈਲਗਰੀ ਤੇ ਐਡਮਿੰਟਨ 2 ਸ਼ਹਿਰ ਜਿਹੜੇ, ਉੱਥੇ ਵੀ ਬਹੁਤ ਪੰਜਾਬੀ ਪਾਪੂਲੇਸ਼ਨ ਆ, ਉੱਥੇ ਵੀ ਸਾਨੂੰ ਇੰਨੀ ਹਾਲੇ ਪ੍ਰੋਗਰੈਸ। ਅਸੀਂ ਕੈਨੇਡਾ ਵਾਈਡ ਚਾਹੁੰਦੇ ਆ ਕਿ ਸਾਡੀ ਮੂਵਮੈਂਟ ਹੈ ਜਿਹੜੀ ਆਲ ਓਵਰ ਕੈਨੇਡਾ ਹੋਵੇ। ਮੇਰਾ ਖਿਆਲ ਤੁਹਾਡੀ ਵੀ ਉਹੀ ਪ੍ਰੋਬਲਮ ਹੈ, ਕਿਉਂਕਿ ਕੈਲੀਫੋਰਨੀਆ ਤੁਸੀਂ ਬਹੁਤ ਕੁਝ ਕਰ ਰਹੇ ਆ, ਪਰ ਮੇਰਾ ਖਿਆਲ ਹੈ ਕਿ ਹੋਰ ਕਿਸੇ ਸਟੇਟ 'ਚ ਇਵੇਂ ਕੋਸ਼ਿਸ਼ਾਂ ਹੋ ਰਹੀਆਂ। ਇਹਨੇ ਮੈਂ ਕਮੈਂਟ ਕਰਨਾ ਚਾਹੁੰਦਾ ਸੀ। ਇੱਥੇ ਕੈਲੀਫੋਰਨੀਆ ਦੇ ਵਿੱਚ ਐਰੀਜ਼ੋਨਾ ਜਿਹੜੀ ਆ ਉਹ ਲੇਟੈਸਟ ਬਣੀਆਂ, ਮੈਨੂੰ ਸਾਰੀਆਂ ਦੇ ਯਾਦ ਨਹੀਂ, 8 ਸਟੇਟਸ ਨੇ ਜਿਨ੍ਹਾਂ ਨੇ ਕੈਲੀਫੋਰਨੀਆ ਨੂੰ ਫੋਲੋ ਕੀਤਾ। ਵੇਖੋ, ਅਸੀਂ ਜਿਹੜਾ ਨਾ ਉਹ ਅਸੀਂ ਤੁਹਾਨੂੰ ਫੋਲੋ ਕਰ ਰਹੇ ਹਾਂ, ਤੁਹਾਡੇ ਤੋਂ ਸਾਨੂੰ ਬੜਾ ਉਦਮ ਮਿਲਿਆ। ਔਰ ਅਸੀਂ ਜਿਹੜਾ ਹੈ ਨਾ ਉਹ, ਜਿਵੇਂ ਡਾਕਟਰ ਬਨਿੰਗ ਉਹਨਾਂ ਨੇ ਆਖਿਆ ਸੀ ਪਿਛਲੀ ਵਾਰੀ ਕਿ ਸ਼ਾਇਦ ਇੱਕ ਫੀਲਡ ਵਿੱਚ ਅਸੀਂ ਤੁਹਾਡੇ ਤੋਂ ਥੋੜਾ ਅੱਗੇ ਵੀ ਚਲੇ ਗਏ, ਕਿ ਸਾਡੇ ਕੋਲ ਹੁਣ K-12 ਤੱਕ ਜਿਹੜੀਆਂ ਉਹ ਟੈਕਸਟ ਬੁੱਕਸ ਜਿਹੜੀਆਂ ਐਸਟੈਬਲਿਸ਼ ਹੋ ਗਈਆਂ ਨੇ, ਭਾਵੇਂ ਉਹ ਇਨਐਡਿਕੁਏਟ ਨੇ। ਜਦ ਮੈਂ ਉਹ ਦੇਖੀਆਂ, ਜਦੋਂ ਹੋਰ ਵੀ ਸੱਜਣਾ ਵੱਲੋਂ ਜਿਹੜੇ ਕਮੈਂਟਸ ਆਏ, ਉਹਦੇ ਵਿੱਚ ਜਿੰਨਾ ਸਾਡੇ ਬਾਰੇ ਲਿਖਣਾ ਜਾਣਾ ਚਾਹੀਦਾ ਸੀ, ਜਿੰਨੀ ਕੋਸ਼ਿਸ਼ ਕੀਤੀ ਆ, ਉਹਨਾਂ ਕੁਝ ਨਹੀਂ, ਉਹਦੇ 'ਚ ਬੜਾ ਥੋੜਾ ਹੈ। ਪਰ ਉਹਨਾਂ ਨੇ ਸਾਨੂੰ ਮੀਨਵਾਈਲ ਹੁਣ ਉਹ ਕਿਤਾਬਾਂ ਜਿਹੜੀਆਂ ਨੇ, ਦੇ ਆਰ ਅੰਡਰ ਰਿਵਿਊ। ਉਹ ਜਿਹੜਾ ਹੈ ਨਾ ਉਹ ਦੇ ਵਿਲ ਬੀ ਰੀਪਬਲਿਸ਼ਡ ਅਗੇਨ, ਉਹਦੇ ਵਿੱਚ ਹੋਰ ਫੀਡਬੈਕ ਹੋਵੇਗੀ, ਉਹ ਐਲੈਬੋਰੇਟ ਉਹਨੂੰ ਕਰਨਗੇ। ਪਰ ਮੀਨਵਾਈਲ ਉਹਨਾਂ ਨੇ ਵਾਟ ਦੇ ਟੋਲਡ ਅਸ ਵੀ ਤੁਸੀਂ ਕੁਝ ਸਪਲੀਮੈਂਟਰੀ ਇੰਸਟਰਕਸ਼ਨਲ ਮਟੀਰੀਅਲ ਜਿਹੜਾ ਨਾ ਉਹ ਜਿਹੜਾ ਨਾਲ ਪੜ੍ਹਾ ਸਕਦੇ ਹੋ। ਸੋ ਉਹ ਵੀ ਅਸੀਂ ਉਦੋਂ ਤੋਂ ਹੀ, ਜਦੋਂ ਉਹ ਕਰਿਕੂਲਮ ਕਮਿਸ਼ਨ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਸਾਂ, ਉਹ ਸਪਲੀਮੈਂਟਰੀ ਇਨਫੋਰਮੇਸ਼ਨ ਮਟੀਰੀਅਲ ਵੀ ਅਪਰੂਵ ਹੋਇਆ। ਉਹਦੇ 'ਚ 5-6 ਹੈਗੇ ਨੇ ਡਾਕੂਮੈਂਟਸ, ਉਹ ਮੈਂ ਤੁਹਾਨੂੰ ਕਰ ਦੇਵਾਂਗਾ ਈਮੇਲ ਜੇ ਚਾਹੋਗੇ, ਤੇ ਉਹਦੇ ਦੋਜ਼ ਆਰ ਅਵੇਲੇਬਲ। ਉਹ ਜਿਹੜੀਆਂ ਉਹਨਾਂ ਨੇ ਨਾਲ ਉਹਦੇ ਰੱਖੀਆਂ ਨੇ, ਸੋ ਦਾ ਉਹ ਟੀਚਰ ਜਦੋਂ ਉਹ ਲੈਂਦੇ ਨੇ ਉਹ ਟੈਕਸਟ ਬੁੱਕਸ, ਤੇ ਉਹਦੇ ਨਾਲ ਉਹ ਵੀ ਜਿਹੜਾ ਉਹ ਕਰ ਲੈਂਦੇ ਨੇ। ਹਰਜੀਤ ਸਿੰਘ ਜੀ, ਪਹਿਲਾਂ ਅਸੀਂ ਪਿਛਲੇ ਵੀਕ ਕੈਨੇਡਾ ਦੀ ਕਾਫੀ ਪ੍ਰੋਗਰੈਸ ਸੁਣੀ ਹੈਗੀ ਆ। ਸਾਧੂ ਬਿਨੈ ਜੀ ਔਰ ਬਲਵੰਤ ਸਿੰਘ ਜਿਹੜਾ ਪ੍ਰਾਈਵੇਟ ਲੈਵਲ ਤੇ ਗੁਰਦੁਆਰੇ ਵੀ ਇਨਵੋਲਵ ਨੇ, ਟੋਰਾਂਟੋ ਹੋ ਰਹੇ ਆ।
ਇੱਥੇ ਆਪਣੇ ਪ੍ਰਾਈਵੇਟ ਮੈਨੂੰ ਨਹੀਂ ਲੱਗ ਰਿਹਾ ਹੋ ਰਿਹਾ, ਵੈਸੇ ਗੁਰਦੁਆਰਿਆਂ ਦੀ ਕਾਫੀ ਇਨਵੋਲਵਮੈਂਟ ਆ, ਬੜੀ ਅੱਛੀ ਪ੍ਰੋਗਰੈਸ ਆ। ਜਿਸ ਤਰ੍ਹਾਂ ਜੋ ਸੰਧੂ ਜੀ ਨੇ ਦੱਸਿਆ 50 ਬੱਚਿਆਂ ਤੋਂ ਹੁਣ 400 ਬੱਚਾ ਹੈਗਾ ਵਿਦਨ 5 years, that's a very good progress। ਐਂਡ ਤੁਸੀਂ ਦੱਸੋ, ਤੁਸੀਂ ਵੀ ਇਨਵੋਲਵ ਹੋ ਉਸ ਏਰੀਆ 'ਚ, ਯੂ ਆਰ ਵੈਰੀ ਪਪੂਲਰ ਇਨ ਦੈਟ ਏਰੀਆ, ਆਲਸੋ ਹੈਲਪਿੰਗ ਕਮਿਊਨਿਟੀ। ਪਲੀਜ਼ ਥੋੜਾ ਜਿਹਾ ਆਈਡੀਆ ਦੱਸੋ ਵੀ ਕੈਲੀਫੋਰਨੀਆ 'ਚ ਕੀ ਕੁਛ ਹੋ ਰਿਹਾ ਕੰਪੈਰੀਜ਼ਨ ਟੂ ਵੈਨਕੂਵਰ। ਥੈਂਕ ਯੂ ਜੀ, ਗੋ ਹੈਡ ਸਰਬਜੀਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ। ਸਾਰਿਆਂ ਨੂੰ। ਬਹੁਤ ਇੰਟੈਲੈਕਟ ਬੰਦੇ ਬੈਠੇ ਨੇ, ਸਤਿਗੁਰੂ ਦੀ ਬੜੀ ਕਿਰਪਾ ਹੈ ਵੀ ਕੋਨੇ-ਕੋਨੇ ਵਿੱਚ ਆਪਣੇ ਜਿਹੜੇ ਸਿੱਖ ਚੜ੍ਹਦੀ ਕਲਾ ਵਿੱਚ ਹੈਗੇ ਨੇ ਔਰ ਬੜਾ ਕੰਮ ਕਰ ਰਹੇ ਨੇ ਇਸ ਵਾਸਤੇ। ਸਦਰਨ ਕੈਲੀਫੋਰਨੀਆ 'ਚ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ, ਸਿੱਖ ਕਮਿਊਨਿਟੀ ਬਹੁਤ ਸਕੈਟਰਡ ਹੈਗੀ ਹੈ, ਦੂਰ-ਦੂਰ ਰਹਿੰਦੇ ਹੈਗੇ ਨੇ। ਅਨਲਾਈਕ ਬੇਕਰਸਫੀਲਡ, ਸੈਂਟਰਲ ਕੈਲੀਫੋਰਨੀਆ, ਫ੍ਰੈਸਨੋ ਦੇ ਵਿੱਚ, ਟਰਲਕ, ਸੈਕਰਾਮੈਂਟੋ ਦੇ ਵਿੱਚ, ਇੱਥੇ ਬਹੁਤ ਸਕੈਟਰਡ ਹੈਗੇ ਨੇ। ਅਸੀਂ ਕਿਸੇ ਵੀ ਸਕੂਲ ਦੇ ਵਿੱਚ ਚਲੇ ਜਾਈਏ, ਕਈ ਸਕੂਲਾਂ ਵਿੱਚ ਤੇ ਇੱਕ ਵੀ ਸਿੱਖ ਬੱਚਾ ਨਹੀਂ ਹੈਗਾ, ਜਾਂ ਜਿਹੜਾ ਪਟਕੇ ਵਾਲਾ ਹੈਗਾ। ਜੇ ਹੈਗੇ ਵੀ ਨੇ 2-4 ਬੱਚੇ ਹੈਗੇ ਨੇ, ਮੇਬੀ ਇੱਕ ਦਸਤਾਰ ਵਾਲਾ ਹੋਏਗਾ ਤੇ 2 ਦੂਸਰੇ ਹੋਣਗੇ। ਸੋ ਇੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣੀ ਅਜੇ ਡਿਫਿਕਲਟ ਹੈ, ਬਿਕੋਜ਼ ਸਾਡੀ ਮਿਨੀਮਮ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਹੈ। ਪਰ ਜਿਤਨੇ ਵੀ ਇੱਥੇ ਗੁਰਦੁਆਰੇ ਹੈਗੇ ਨੇ, ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਸੰਡੇ ਜਿਹੜਾ ਹੈਗਾ ਆ ਉਹ ਪੰਜਾਬੀ ਸਕੂਲ ਹੈ, ਜਿਹਦੇ 'ਚ ਬੱਚਿਆਂ ਨੂੰ ਕੀਰਤਨ, ਪੰਜਾਬੀ ਔਰ ਸਿੱਖ ਹਿਸਟਰੀ ਪੜ੍ਹਾਈ ਜਾ ਰਹੀ ਹੈਗੀ ਹੈ। ਹੁਣ ਪੈਂਡੈਮਿਕ ਕਰਕੇ ਜ਼ੂਮ ਦੇ ਉੱਤੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਲੱਗ ਰਹੀਆਂ ਹੈ, ਪਰ ਬਦਕਿਸਮਤੀ ਦੀ ਇੱਕ ਗੱਲ ਜਿਹੜੀ ਮੈਂ ਫੀਲ ਕਰਦਾ ਕਿ ਸਾਡੇ ਪੰਜਾਬੀ ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੀਆਂ ਟੀਚਰਸ ਹੈਗੀਆਂ, ਉਹ ਇੰਗਲਿਸ਼ 'ਚ ਪੜ੍ਹਾਉਂਦੀਆਂ ਬੱਚਿਆਂ ਨੂੰ। ਸਿੱਖ ਹਿਸਟਰੀ ਵੀ ਅਸੀਂ ਇੰਗਲਿਸ਼, ਬੱਚਿਆਂ ਨਾਲ ਇੰਗਲਿਸ਼ ਬੋਲੀ ਜਾਂਦੀ ਹੈ। ਸਾਡੇ ਬੱਚੇ ਜਿਹੜੇ ਹੈਗੇ ਨੇ ਊੜਾ ਐੜਾ ਲਿਖਣਾ ਤੇ ਸਿੱਖ ਗਏ ਨੇ, ਪੰਜਾਬੀ ਪੜ੍ਹਨੀ ਸਿੱਖ ਗਏ ਨੇ, ਥੋੜ੍ਹੀ ਲਿਖਣੀ ਵੀ ਸਿੱਖ ਗਏ ਨੇ, ਪਰ ਜਿਹੜੀ ਕਨਵਰਸੇਸ਼ਨਲ ਹੈਗੀ ਆ ਉਹਨਾਂ ਦੀ ਪੰਜਾਬੀ, ਉਹ ਨਹੀਂ ਹੈਗੀ ਆ। ਤੇ ਜਿਸ ਤਰ੍ਹਾਂ ਜੋ ਸੰਧੂ ਹੋਣਾ ਨੇ ਵੀ ਕਿਹਾ ਸੀਗਾ ਵੀ ਇਹ ਜਿਹੜੀ ਚੀਜ਼ ਹੈਗੀ ਘਰ ਤੋਂ ਸ਼ੁਰੂ ਹੋਣੀ ਆ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਰਦਾਰ ਪਿਸ਼ੌਰਾ ਸਿੰਘ ਜੀ ਹੋਣਾ ਨੇ ਆਪਣਾ ਪੇਪਰ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਪੜ੍ਹਿਆ ਹੈਗਾ ਆ। ਬਹੁਤ ਸਾਰੇ ਲਫ਼ਜ਼ ਇਹਨਾਂ ਦੇ ਪੇਪਰ 'ਚ ਜਦੋਂ ਇਹਨਾਂ ਨੇ ਬੋਲਿਆ, ਬਹੁਤ ਦੇਰ ਬਾਅਦ ਉਹ ਸ਼ਬਦ ਸਾਨੂੰ ਸੁਣਨ ਨੂੰ ਮਿਲੇ ਨੇ, ਕਿਉਂਕਿ ਸਾਡੀ ਜਿਹੜੀ ਪੰਜਾਬੀ ਕਨਵਰਸੇਸ਼ਨਲ ਪੰਜਾਬੀ ਆ, ਬਹੁਤੀ ਉਹਦੇ 'ਚ ਅੰਗਰੇਜ਼ੀ ਆ ਗਈ ਹੋਈ ਹੈ। ਹੁਣ ਅਸੀਂ ਵੀ ਕਹਿੰਦੇ ਬੱਚਿਆਂ ਨੂੰ ਕਹਿੰਦੇ ਪੰਜਾਬੀ ਬੋਲੋ, ਪੰਜਾਬੀ ਬੋਲੋ। ਬੱਚੇ ਸਾਡੇ ਨਾਲ ਕਈ ਵਾਰੀ ਇੰਗਲਿਸ਼ 'ਚ ਗੱਲ ਕਰਦੇ ਨੇ, ਸਾਨੂੰ ਵੀ ਪਤਾ ਨਹੀਂ ਚੱਲਦਾ, ਅਸੀਂ ਵੀ ਕਦੋਂ ਉਹਨਾਂ ਨਾਲ ਇੰਗਲਿਸ਼ ਬੋਲਣ ਲੱਗ ਪੈਂਦੇ ਹਾਂ। ਸੋ ਇਹਦੇ ਉੱਤੇ ਵੀ ਅਸੀਂ ਜਿਹੜਾ ਹੈਗਾ ਸੰਸਕਾਰ ਲਗਾਈਏ, ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਜੇ ਬੋਲੀ ਸਾਡੇ ਕੋਲ ਚਲੀ ਜਾਏਗੀ, ਅਸੀਂ ਗੁਲਾਮ ਹੋ ਜਾਵਾਂਗੇ, ਸਾਡੇ ਸੰਸਕਾਰ ਖਤਮ ਹੋ ਜਾਣਗੇ। ਫਿਰ ਹੇ ਮੈਮ, ਹੇ ਡੈਡ, ਹੇ ਡਿਊਡ, ਹੇ ਬ੍ਰੋ, ਇਸ ਤਰ੍ਹਾਂ ਦੀ ਗੱਲਾਂ ਚੱਲ ਹੀ ਪਈਆਂ ਨੇ, ਪਰ ਜਿਹੜੀ ਸਾਡੀ ਕਮਿੰਗ ਜਨਰੇਸ਼ਨਸ ਹੈਗੀਆਂ ਨੇ ਉਹਨਾਂ ਵਿੱਚ ਉਹ ਸੰਸਕਾਰ ਖਤਮ ਹੋ ਜਾਣਗੇ। ਸੋ ਬਹੁਤ ਵਧੀਆ ਉਪਰਾਲਾ ਹੈਗਾ ਵੀ ਸਾਰੇ ਕਰ ਰਹੇ ਹੈਗੇ ਆ। ਸੋ ਸਾਨੂੰ ਇਸ ਪੱਧਰ ਦੇ ਉੱਤੇ ਭਾਵੇਂ ਚਲੋ ਗੁਰਦੁਆਰਿਆਂ ਦੇ ਵਿੱਚ ਹੀ ਹੋ ਰਹੀ ਹੈ, ਤੇ ਮੇਬੀ ਸੰਧੂ ਸਾਹਿਬ ਦਾ ਜਿਹੜਾ ਆਈਡੀਆ ਸੀਗਾ ਵੀ ਕੋਈ ਸਰਟੀਫਾਈਡ ਪੇਡ ਟੀਚਰ ਉੱਥੇ ਰੱਖੇ ਜਾਣ, ਕਿਉਂਕਿ ਇੱਥੇ ਤੇ ਚਲੋ ਮਮ ਐਂਡ ਪੌਪ ਜਿਹੜੇ ਮਾਵਾਂ ਹੁੰਦੀਆਂ, ਜਿਹੜੇ ਵਾਲੰਟੀਅਰਸ ਹੁੰਦੇ ਨੇ, ਉਹੀ ਗੁਰਦੁਆਰੇ ਆ ਕੇ ਬੱਚਿਆਂ ਨੂੰ ਪੰਜਾਬੀ ਸਿਖਾ ਦਿੰਦੇ ਨੇ, ਵਿਚ ਇਜ਼ ਵੈਰੀ ਗੁੱਡ, ਬਹੁਤ ਵਧੀਆ ਆ, ਇਸ ਤਰ੍ਹਾਂ ਹੋਣਾ ਚਾਹੀਦਾ ਆ। ਪਰ ਕੋਈ ਸੈੱਟ ਸਿਲੇਬਸ ਮੇਬੀ ਇੱਕ ਤਿਆਰ ਕੀਤਾ ਜਾਏ ਪਿਸ਼ੌਰਾ ਸਿੰਘ ਜੀ ਹੋਣਾ ਵੱਲੋਂ, ਕਿ ਜਿਹੜਾ ਕਿ ਸਾਰੇ ਗੁਰਦੁਆਰਿਆਂ ਨੂੰ ਦੇ ਦਿੱਤਾ ਜਾਏ ਵੀ ਆਹ ਤੁਹਾਡਾ ਸਿਲੇਬਸ ਹੈਗਾ, ਇਹ ਤੁਹਾਡਾ ਕਰਿਕੂਲਮ ਹੈਗਾ ਆ, ਇਸ ਸਮਰ ਦੇ ਵਿੱਚ ਤੁਸੀਂ ਇੱਥੋਂ ਤੱਕ ਲੈ ਕੇ ਜਾਣਾ ਬੱਚਿਆਂ ਨੂੰ, ਵਿੰਟਰ ਦੇ ਵਿੱਚ ਇੱਥੋਂ ਤੱਕ ਲੈ ਕੇ ਜਾਣਾ, ਫਾਲ ਦੇ ਵਿੱਚ ਇੱਥੋਂ ਤੱਕ ਲੈ ਕੇ ਜਾਣਾ। ਔਰ ਮੇਬੀ ਸਟੇਟ ਲੈਵਲ ਦੇ ਉੱਤੇ ਬੱਚਿਆਂ ਦੇ ਪੰਜਾਬੀ ਦੇ ਐਗਜ਼ਾਮ ਹੋ ਜਾਣ, ਕੋਈ ਐਸੇ ਕੰਪੀਟੀਸ਼ਨ ਹੋ ਜਾਵੇ, ਉਹਨਾਂ ਦੇ ਪੰਜਾਬੀ ਵਿੱਚ ਡਿਬੇਟ ਹੋ ਜਾਣ, ਜਾਂ ਪੰਜਾਬੀ ਸਪੀਕਿੰਗ ਕੋਈ ਇਸ ਤਰ੍ਹਾਂ ਦਾ ਹੋਰ ਕੰਮ। ਚਲੋ ਜੇ ਪਰ ਉਹਨਾਂ ਨੇ ਜਿਹੜਾ ਕੰਮ ਕੀਤਾ ਯੂਨੀਵਰਸਿਟੀਆਂ ਦੇ ਵਿੱਚ ਔਰ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਉਣ ਦਾ, ਦੈਟ ਇਜ਼ ਜਸਟ ਮਾਰਵਲਸ, ਬਹੁਤ ਵਧੀਆ। ਸਾਡੇ ਸਦਰਨ ਕੈਲੀਫੋਰਨੀਆ 'ਚ ਇਹ ਨਹੀਂ ਹੋ ਸਕਦਾ, ਪਰ ਐਟਲੀਸਟ ਗੁਰਦੁਆਰਿਆਂ ਦੇ ਲੈਵਲ ਦੇ ਉੱਤੇ ਪੜ੍ਹਾਏ ਜਾ ਰਹੇ ਹਨ, ਉਹਨੂੰ ਹੀ ਲੈਵਲ ਨੂੰ ਅਸੀਂ ਐਕਸੈਲ ਕਰਕੇ ਤੇ ਐਟਲੀਸਟ ਸੋਹਣੇ ਚੰਗੇ ਨਿੱਘਰ ਪੱਧਰ ਤੇ ਲੈ ਕੇ ਆਈਏ, ਤਾਂ ਕਿ ਜਿਹੜੇ ਹੈਗੇ ਨੇ ਸਾਡੇ ਬੱਚੇ ਹੀ ਅੱਗੇ ਬੱਚਿਆਂ ਨੂੰ ਜਿਹੜਾ ਹੈ ਪੰਜਾਬੀ ਪੜ੍ਹਾਉਣ, ਜਿਸ ਤਰੀਕੇ ਨਾਲ ਉਹਨਾਂ ਨੇ ਸਿੱਖੀ ਹੈ ਕਰਿਕੂਲਮ ਵਾਈਜ਼, ਉਸ ਤਰੀਕੇ ਨਾਲ ਜੀ ਹੈ ਉਹ ਜੋ ਹੈ ਸਮਝਾਉਣ। ਇੰਨੀ ਕੁ ਮੇਰੀਆਂ ਬੇਨਤੀਆਂ ਹੈਗੀਆਂ ਜੀ। ਸਰਬਜੀਤ ਸਿੰਘ ਜੀ, ਤੁਹਾਡੇ ਕੋਲ ਬੱਚੇ ਕਿੰਨੇ ਆ ਹੁਣ ਜਿਹੜੇ ਤੁਸੀਂ ਏਰੀਆ 'ਚ ਇਨਵੋਲਵ ਹੋ? ਤੁਹਾਨੂੰ ਕਿੰਨੀ ਕੁ ਨੌਲੇਜ, ਕਿੰਨੇ ਕੁ ਬੱਚੇ ਆ ਤੁਹਾਡੇ ਕੋਲ ਉਧਰ? ਆਲਮੋਸਟ 250-300 ਬੱਚਾ ਹੈਗਾ ਖਾਲਸਾ ਕੇਅਰ ਫਾਊਂਡੇਸ਼ਨ ਦੇ ਵਿੱਚ ਜੀ, ਜਿਹੜਾ ਕਿ ਐਵਰੀ ਸੰਡੇ ਆਉਂਦੇ ਨੇ ਕਮਿਊਨਿਟੀ ਦੇ ਵਿੱਚ,
ਤੇ ਬਾਕੀ ਅਜੇ ਲੰਕਰਸ਼ਿਮ ਗੁਰਦੁਆਰਾ ਸਕੂਲ ਚੱਲਦਾ ਹੈ, ਬੰਦ ਹੋ ਜਾਂਦਾ ਹੈ, ਕਿਉਂਕਿ ਸੰਗਤ ਡਿਪੈਂਡ ਕਰਦਾ ਵੀ ਇੱਕ ਗੁਰਦੁਆਰੇ 'ਚ ਕਿੰਨੀ ਕੁ ਸੰਗਤ ਆਉਂਦੀ ਹੈਗੀ ਹੈ। ਰਾਈਟ ਤੇ ਅਬਰ ਜਿੱਦਾਂ ਖਾਲਸਾ ਕੇਅਰ ਫਾਊਂਡੇਸ਼ਨ ਹੈਗਾ ਉੱਥੇ 250 ਬੱਚਾ ਹੈਗਾ ਜੀ ਉੱਥੇ, ਜਿਹੜਾ ਕਿ ਐਵਰੀ ਸੰਡੇ ਹੁਣ ਪਰ ਜ਼ੂਮ ਤੇ ਕਲਾਸਾਂ ਜਿਹੜੀਆਂ ਬੱਚਿਆਂ ਦੀਆਂ ਲਗਾਉਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਪਰਮਜੀਤ ਵੀਰ ਜੀ, ਮੈਂ ਆਈ ਹੈਵ ਅ ਕੁਐਸਚਨ ਫॉर ਯੂ। ਗੋ ਅਹੈਡ ਸੰਧੂ ਸਾਹਿਬ। ਕਿਉਂਕਿ ਵੀਰ ਜੀ ਵੀ ਨੋ ਈਚ ਅਦਰ ਫਰਮ ਲੌਂਗ ਟਾਈਮ। ਹਾਂਜੀ ਹਾਂਜੀ ਆਪਣੇ ਗੁਰੂ ਘਰਾਂ ਦੇ ਵਿੱਚ ਨਾ ਪੰਜਾਬੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਨਾ, ਹਾਂਜੀ ਉਹਦੇ 'ਚ ਕੋਈ ਨਾ ਕੋਈ ਸਰਟੀਫਾਈਡ ਬੰਦਾ ਮਿਲ ਜਾਂਦਾ। ਇੱਕ ਗੱਲ, ਦੂਸਰੀ ਗੱਲ, ਫਿਰ ਕੋਸ਼ਿਸ਼ ਕਰਕੇ ਅਸੀਂ ਸਕੂਲ ਐਸਟੈਬਲਿਸ਼ ਕਰਾਂਗੇ ਗੁਰੂ ਘਰਾਂ 'ਚ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ, ਆ ਪੈਂਡੈਮਿਕ ਕਰਕੇ ਥੋੜਾ ਜਿਹਾ ਪਿੱਛੇ ਹੋ ਗਏ। ਅਸੀਂ ਤਾਂ ਤੁਹਾਨੂੰ ਪਤਾ ਵੀ ਤੁਸੀਂ ਪਤਾ ਨਹੀਂ ਦੇਖੀ ਕਿ ਨਹੀਂ, ਅਸੀਂ ਤਾਂ ਉੱਥੇ ਸ਼ੈੱਡ ਵਗੈਰਾ ਲਾ ਕੇ ਚੰਗੀ ਤਰ੍ਹਾਂ ਕਲਾਸਰੂਮ ਸੈੱਟ ਕੀਤੇ ਆ, ਫਸਟ ਲੈਵਲ ਤੋਂ 5th ਲੈਵਲ ਤੱਕ। ਤੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕੋਈ ਬੰਦੇ ਜਿਹੜੇ ਕਮਿਊਨਿਟੀ 'ਚ ਬਹੁਤ ਇਨਵੋਲਵ ਆ, ਐਜੂਕੇਟਿਡ ਇਨ ਪੰਜਾਬੀ, ਕਈਆਂ ਨੇ ਪੰਜਾਬੀ ਪੜ੍ਹੀ ਜੀ ਜਨੋ ਆਲ ਦ ਵੇ ਥਰੂ ਕਾਲਜ, ਉਹ ਹੈਲਪ ਕਰ ਸਕਦੇ ਬੱਚਿਆਂ ਨੂੰ ਆ ਕੇ। ਸਮਝਦੇ, ਜਿਨ੍ਹਾਂ ਨੇ ਮੈਟ੍ਰਿਕ ਹੀ ਪਾਸ ਕੀਤੀ ਆ ਜਾਂ ਜੇ ਸਕੂਲ ਗਏ ਨਹੀਂ, ਉਹ ਪੰਜਾਬੀ ਨਹੀਂ ਪੜ੍ਹਾ ਸਕਦੇ। ਪਰ ਪੰਜਾਬੀ ਬੋਲੀ ਜਿਹੜੀ ਹੈ ਨਾ, ਉਹ ਸ਼ੁਰੂ ਘਰ ਤੋਂ ਹੀ ਹੁੰਦੀ ਜੀ। ਜੇ ਆਪਾਂ ਘਰ 'ਚ ਪੰਜਾਬੀ ਬੋਲਦੇ ਆ ਨਾ, ਬੱਚਿਆਂ ਨੇ ਜਾ ਕੇ ਗੁਰਦੁਆਰੇ ਵੀ ਪੰਜਾਬੀ ਬੋਲਣੇ, ਬੱਚਿਆਂ ਨੇ ਸਕੂਲ 'ਚ ਵੀ ਪੰਜਾਬੀ ਬੋਲਣੀ। ਸਮਝਦੇ, ਪਰ ਜੇ ਅਸੀਂ ਸ਼ੁਰੂ ਨਹੀਂ ਕਰਦੇ ਨਾ, ਤਾਂ ਫਿਰ ਇਹ ਪੰਜਾਬੀ ਇਜ਼ ਡਾਈਂਗ ਡਾਊਨ। ਸਾਧੂ ਸਿੰਘ ਜੀ, ਤੁਸੀਂ ਕੋਈ ਹੈਲਪ ਕਰ ਸਕਦੇ ਹੋ? ਗੋ ਅਹੈਡ ਬਨੋਦ ਜੀ, ਬਨੋਦ ਜੀ ਗੋ ਅਹੈਡ। ਮੈਂ ਸਿਰਫ 2-3 ਗੱਲਾਂ ਕਹਿਣੀਆਂ। ਨੰਬਰ 1, why one should read or learn Punjabi? That is a fundamental question. ਕਿ ਜੇ ਇਸ ਕੁਐਸਚਨ ਨੂੰ ਕਿ why we should। ਨੰਬਰ 2, ਮੈਂ ਸਮਝਦਾ ਵੀ ਪੰਜਾਬ ਦੀ ਹਿਸਟਰੀ ਪੜ੍ਹਾਉਣਾ ਬਹੁਤ ਇੰਪੋਰਟੈਂਟ ਹੈ, ਜਿੱਥੇ ਲੈਂਗੁਏਜ ਪੜ੍ਹਾਉਣਾ, ਕਿਉਂਕਿ ਉਹਦੇ ਵਿੱਚੋਂ ਹੀ ਚੀਜ਼ਾਂ ਨਿਕਲਣੀਆਂ। ਹਿਸਟਰੀ, ਕੰਟਰੀਬਿਊਸ਼ਨ ਟੂ ਹਿਊਮਨ ਸੁਸਾਇਟੀ, ਜਿਹੜੇ ਮਤਲਬ ਪੰਜਾਬ ਦੀ ਹਿਸਟਰੀ, ਸਿੱਖਾਂ ਦੀ ਹਿਸਟਰੀ ਬੇਸਿਕਲੀ ਯੂ ਕੈਨ ਸੇ, ਉਹ ਬਹੁਤ ਇੰਪੋਰਟੈਂਟ ਪਾਰਟ ਹੈ। ਉੱਤੋਂ ਹੀ ਲੈਂਗੁਏਜ ਤੇ ਅੱਗੇ ਜਿਹੜੀ ਪ੍ਰੋਸੈਸ ਨਿਕਲਦੀ ਹੈ। ਕਈ ਵਾਰੀ ਤੁਸੀਂ ਨਾ ਹਿਸਟਰੀ ਲਰਨ ਕਰਦੇ ਹੋ, ਉਦੋਂ ਫਿਰ ਟੇਸਟ ਡਿਵੈਲਪ ਹੋ ਜਾਂਦਾ ਬੱਚਿਆਂ ਦਾ। ਸੋ 2-3 ਚੀਜ਼ਾਂ ਕਿ ਵਾਈ ਵਨ ਸ਼ੁਡ ਲਰਨ ਪੰਜਾਬੀ ਐਂਡ ਲਰਨ ਦਾ ਸਿੱਖ ਹਿਸਟਰੀ, ਦਿਸ ਇਜ਼ ਫੰਡਾਮੈਂਟਲ ਕੁਐਸਚਨ। ਜਦ ਤੁਸੀਂ ਵਾਹੀ ਕਰੋਗੇ ਨਾ, ਫਿਰ ਆਨਸਰ ਉਹਦੇ ਚੋਂ ਨਿਕਲਣਗੇ। ਓਕੇ, ਡਾਕਟਰ ਅਰਜਨ ਸਿੰਘ ਜੀ ਕੁਝ ਕਹਿ ਰਹੇ ਹੋ ਤੁਸੀਂ? ਹਾਂਜੀ, ਮੈਂ ਇੱਕ ਜ਼ਰੂਰੀ ਗੱਲ ਕਹਿਣਾ ਚਾਹੁੰਦਾ ਜੀ। ਬੋਲੋ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਪੰਜਾਬੀ ਕਲਚਰ ਐਂਡ ਚੇਂਜਿੰਗ ਸਿਨਾਰੀਓ, ਪਾਰਟਿਕੂਲਰਲੀ ਇਨ ਨਾਰਥ ਅਮਰੀਕਾ, ਕਿ ਪੰਜਾਬੀ ਸੱਭਿਆਚਾਰ ਤੇ ਉੱਤਰੀ ਅਮਰੀਕਾ ਵਿੱਚ ਇਸ ਦੇ ਬਦਲਦੇ ਤੌਰ। ਤੇ ਆਪਾਂ ਸਿਰਫ ਪੰਜਾਬ ਇੱਕ ਲੈਂਗੁਏਜ ਡਿਸਕਸ ਕਰ ਰਹੇ ਹਾਂ, ਕਲਚਰ ਵੱਲ ਆ ਨਹੀਂ ਰਹੇ। ਲੈਂਗੁਏਜ ਇਜ਼ ਵਨ ਪਾਰਟ ਆਫ ਦਾ ਇੰਟਾਇਰ ਕਲਚਰ ਕੰਪੋਨੈਂਟ। ਉਹਦੇ ਵਿੱਚ ਜਿਹੜਾ ਪੰਜਾਬੀ ਕਲਚਰ 'ਚ ਆ, ਜੇ ਇਹਦਾ ਫੈਲਾਓ ਜਿਹੜਾ ਚੱਲ ਰਿਹਾ ਵਾ, ਇਹਦੇ 'ਚ 2 ਗੱਲਾਂ ਮੇਨ ਆਉਂਦੀਆਂ ਵਾ। ਇੱਕ ਤੇ ਹੈਗੀ ਆ ਜਿਹੜੀ ਉਹਦੇ ਨੋਰਮਸ ਐਂਡ ਵੈਲਿਊਜ਼। ਨੋਰਮਸ ਤੇ ਵੈਲਿਊਜ਼ ਦੇ ਵਿੱਚ ਸਾਡੀ ਕਿੰਨੇ ਅਸੀਂ ਸਿੰਸੀਅਰ ਹੈਗੇ ਆ ਤੇ ਕਿੰਨੇ ਓਨੈਸਟ ਹੈਗੀ ਆ ਸਾਡੀ ਕਮਿਊਨਿਟੀ, ਇਹ ਗੱਲਾਂ ਬੜੀਆਂ ਕਾਊਂਟ ਕਰਦੀਆਂ। ਔਰ ਐਨੀਵੇ ਵੀ ਆਰ ਟੂ ਡਿਸਕਸ ਦਾ ਕਲਚਰ ਟੂਡੇ। We are just discussing the language. Language is one component of the total culture. Please let us do it. And its opposite is also there. Because our culture is, we cannot say ਵੀ ਸਾਡਾ culture ਬਿਲਕੁਲ ਸੋਨਾ ਵਾ। ਸਾਡੇ culture ਦੇ ਵਿੱਚ ਉਹ ਵੀ ਗੱਲਾਂ ਹੈਗੀਆਂ ਜਿਤਨਾ addiction ਆ। ਸਾਡੀ ਯੂਨੀਵਰਸਿਟੀ ਵਿੱਚ ਇੱਕ ਸਰਵੇ ਹੋਇਆ ਸੀ, ਡਾਕਟਰ ਸਕਸੈਨਾ ਨੇ ਹੈਡ ਆਫ ਦੀ ਜਿਹੜੇ ਸੋਸ਼ੀਓਲੋਜੀ ਡਿਪਾਰਟਮੈਂਟ ਸੀਗੇ, ਉਹਨਾਂ ਨੇ ਫਿਰ ਆਊਟ ਨਾਓ ਕੀਤਾ। ਉਹਦੇ 'ਚ ਕਿਹਾ ਗਿਆ ਕਿ ਜਿਹੜੇ ਪੰਜਾਬੀ ਆ, ਇਹ ਇੰਨੇ ਹਾਰਡ ਡਰਿੰਕਰ ਆ ਕਿ ਇਹ ਰਸ਼ੀਆ ਤੋਂ ਦੂਸਰੇ ਨੰਬਰ ਤੇ ਆਪਣੀ ਕਮਿਊਨਿਟੀ ਆਉਂਦੀ ਆ। ਪੰਜਾਬੀ ਸਿੱਖ ਕਲਚਰ ਜਾਂ ਨਾਟ ਪੰਜਾਬੀ ਪਾਕਿਸਤਾਨੀ, ਪੰਜਾਬੀ ਸਿੱਖ ਕਲਚਰ। ਸੋ ਮੇਰੀ ਰਿਕੁਐਸਟ ਇਹ ਆ, ਹੱਥ ਜੋੜ ਕੇ, ਅੱਜ ਦਾ ਜਿਹੜਾ ਵਿਸ਼ਾ ਵਾ ਉਹ ਸਾਡਾ ਕਲਚਰ ਦੇ ਬਾਰੇ ਆ, ਸੱਭਿਆਚਾਰ ਬਾਰੇ ਆ। ਐਂਡ ਵੀ ਆਰ ਡਿਸਕਸਿੰਗ ਓਨਲੀ ਲੈਂਗੁਏਜ। ਲੈਂਗੁਏਜ ਤਾਂ ਅਸੀਂ ਲਾਸਟ ਟਾਈਮ ਡਿਸਕਸ ਕਰ ਲਈ ਸੀ ਬਿਲਕੁਲ। ਤੇ ਮੈਂ ਸੋਚਦਾ ਵਾਂ, ਮੇਰੀ ਬੇਨਤੀ ਆ, ਅਰਜਨ ਸਿੰਘ ਜੀ ਕੰਪੋਨੈਂਟ ਆ। ਹਾਂਜੀ, ਪਹਿਲਾਂ ਹੀ ਰੋਕ ਦੇਣਾ ਸੀਗਾ। ਵੈਰੀ ਗੁੱਡ। ਬਲਜਿੰਦਰ ਜੀ ਤੁਸੀਂ ਬੋਲਦੇ ਸੀ ਕੁਝ। ਇਹ ਹੁਣ ਕਈ ਗੱਲਾਂ ਆ ਜਾਂਦੀਆਂ ਇਹਦੇ 'ਚ। ਦੇਖੋ, ਆਪਾਂ ਉਸ ਦਿਨ ਕੈਨੇਡਾ ਬਾਰੇ ਡਿਸਕਸ ਕੀਤਾ ਸੀ। ਹਾਂਜੀ। ਉੱਥੇ ਸਰਕਮਸਟੈਂਸਿਸ ਵੀ ਡਿਫਰੈਂਟ ਨੇ, ਕਿਉਂਕਿ ਉਹ ਵੀ ਆਪਾਂ ਦੱਸਿਆ ਸੀ ਕਿ ਉੱਥੇ ਬੱਚਿਆਂ ਨੂੰ
ਜੌਬਸ ਦੇ ਵਿੱਚ ਰਿਕੁਆਇਰਮੈਂਟ ਹੈ ਕਈ EMPLOYERS ਤੋਂ ਕਿ ਪੰਜਾਬੀ ਆਉਂਦੀ ਹੋਵੇ। ਵੈਰੀ ਗੁੱਡ। ਉਹ ਉਸੇ ਵੇਲੇ ਵਿਨੋਦ ਜੀ ਦਾ ਆਨਸਰ ਆ ਜਾਂਦਾ ਵੀ ਕਿਉਂ, ਵਾਈ ਸ਼ੁੱਡ ਦੇ ਲਰਨ, ਬਿਕਾਜ਼ ਦੇयर इज अ ਰਿਕੁਆਇਰਮੈਂਟ ਇਨ ਦਾ ਨੈਕਸਟ ਜੌਬ। ਵੈਰੀ ਗੁੱਡ। ਇਹ ਤਾਂ ਇੰਪੋਰਟੈਂਟ ਗੱਲ ਆ। ਉਹ ਫਿਰ ਅਜੇ ਆਪਾਂ ਇੱਥੇ ਡੁਪਲੀਕੇਟ ਨਹੀਂ ਕਰ ਸਕਦੇ ਕਿਉਂਕਿ ਸਾਡੀ ਇੱਥੇ ਜੌਬ, ਸਾਡੇ ਇੱਥੇ ਜਿਹੜੀ ਕਮਿਊਨਿਟੀ ਇੱਕ ਜਗ੍ਹਾ ਤੇ ਇਕੱਠੀ ਨਹੀਂ ਹੈ, ਕਿਉਂਕਿ ਉੱਥੇ ਇਕੱਠੀਆਂ ਨੇ, ਜਿਵੇਂ ਟੋਰਾਂਟੋ ਹੋਇਆ, ਵੈਨਕੂਵਰ ਹੋਇਆ, ਸਭ ਬੈਂਕਾਂ ਵਗੈਰਾ 'ਚ ਆਪਣੇ ਬੰਦਿਆਂ ਦੀ ਲੋੜ ਆ ਜਿਨ੍ਹਾਂ ਨੂੰ ਪੰਜਾਬੀ ਆਉਣੀ ਚਾਹੀਦੀ ਆ। ਸੋ ਗਿਵਨ ਦੈਟ ਸਰਕਮਸਟੈਂਸਿਸ ਜਿਹੜੇ ਸਾਡੇ ਇੱਥੇ ਹੈਗੇ ਆ, ਜਿਵੇਂ ਪਿਸ਼ੌਰਾ ਜੀ ਨੇ ਕਿਹਾ ਵੀ ਇਹ ਕਰਿਕੂਲਮ ਦੇ ਵਿੱਚ ਜਿਹੜਾ ਚੇਂਜ ਕਰਵਾਈ ਹੈ ਇਹ ਬੜੀ ਵੱਡੀ ਅਚੀਵਮੈਂਟ ਆ, ਬੁੱਕਸ ਵੀ ਕਰ ਲਈਆਂ, ਪਰ ਰਿਸੋਰਸ ਸਾਡੇ ਕੋਲ ਕ੍ਰੀਏਟ ਹੋ ਗਿਆ, ਪਰ ਉਹ ਰਿਸੋਰਸ ਨੂੰ ਯੂਜ਼ ਕਰਨ ਵਾਲਾ ਬੰਦਾ ਵੀ ਚਾਹੀਦਾ। ਨੰਬਰ 1 ਤਾਂ ਡਿਮਾਂਡ ਵੀ ਆਪਣੇ ਕਮਿਊਨਿਟੀ ਦੇ ਵਿੱਚੋਂ ਹੋਣੀ ਚਾਹੀਦੀ ਹੈ ਤਾਂ ਕਿ ਸਕੂਲ ਵਾਲਿਆਂ ਨੂੰ ਇਹ ਫੀਲ ਹੋਵੇ ਕਿ ਚਾਹੇ ਨਹੀਂ ਵੀ ਹੈ ਕੋਈ ਟੀਚਰ, ਦੇ ਕੈਨ ਸਰਚ ਫॉर ਅ ਟੀਚਰ ਜੇ ਆਪਣੇ ਕੋਲ ਡਿਮਾਂਡ ਹੋਵੇ। ਤੇ ਉਸ ਤੋਂ ਬਿਨਾਂ ਆਈ ਥਿੰਕ ਇਹ ਗੱਲ ਤਾਂ ਮੈਂ ਕਹਿਣੀ ਨਹੀਂ ਸੀ ਚਾਹੁੰਦਾ, ਪਰ ਜਿਸ ਤਰ੍ਹਾਂ ਕਿਸਾਨ ਮੋਰਚੇ 'ਚ ਅੱਜ ਕੱਲ੍ਹ ਲੀਡਰ ਕਹਿੰਦੇ ਆ ਨਾ ਕਿ ਭਾਈ ਹੁਣ ਇਹ ਕੰਮ ਕਰਨਾ ਪਊ, ਇਸੇ ਤਰ੍ਹਾਂ ਹੀ ਜੇ ਅਸੀਂ ਸਾਡਾ ਪੰਜਾਬੀ ਕਲਚਰ ਤੇ ਲੈਂਗੁਏਜ ਦੇ ਨਾਲ ਸਾਡੇ ਅੰਦਰ ਇੰਨੀ ਖਿੱਚ ਹੈਗੀ ਆ ਤਾਂ ਸਾਨੂੰ ਹਰ ਐਤਵਾਰ ਨੂੰ ਪੇਰੈਂਟਸ ਨੂੰ ਇਹ ਐਟਲੀਸਟ ਅਪੀਲ ਕਰਨੀ ਚਾਹੀਦੀ ਆ ਕਿ ਭਾਈ ਘਰ ਦੇ ਵਿੱਚ ਪੰਜਾਬੀ ਬੋਲੋ ਜੇ ਹੋ ਸਕਦੀ ਆ। ਉਹ ਕਰਨ ਜਾਂ ਨਾ ਕਰਨ, ਪਰ ਸਾਡੀ ਇਹ ਡਿਊਟੀ ਬਣਦੀ ਆ ਕਿ ਅਸੀਂ ਅਪੀਲ ਤਾਂ ਕਰਦੇ ਰਹੀਏ। ਉਸ ਤੋਂ ਬਾਅਦ ਇਹ ਹੈ ਕਿ ਬੱਚੇ ਜਿਹੜੇ ਆ ਬਾਹਰ ਰੋਲ ਮਾਡਲ ਦੇਖਦੇ ਆ, ਜੇ ਉਹਨਾਂ ਨੂੰ ਕਦੇ ਲੋੜ ਨਹੀਂ ਮਹਿਸੂਸ ਹੁੰਦੀ ਤਾਂ ਉਹ ਕੁਐਸਚਨ ਨਹੀਂ ਕਰਦੇ ਲੈਂਗੁਏਜ ਸਿੱਖਣ ਦੇ ਬਾਰੇ, ਤੇ ਜੇ ਐਟਲੀਸਟ ਉਹ ਬੋਲਦੇ ਹੋਣਗੇ। ਹੋਰ ਇਸ ਤੋਂ ਬਿਨਾਂ ਕਈ ਜਿਵੇਂ ਆਰਗੇਨਾਈਜੇਸ਼ਨ ਹੈ ਜਿਹੜਾ ਸੋਸ਼ਲ ਵਰਕ ਆ, ਉਹਦੇ ਵਿੱਚ ਆਪਾਂ ਬੰਦੇ ਘੱਟ ਪਾਰਟਿਸਿਪੇਟ ਕਰਦੇ ਆ। ਮੈਨੂੰ ਯਾਦ ਆ ਅਸੀਂ ਜਦੋਂ ਮੈਂ ਟੋਰਾਂਟੋ ਰਹਿੰਦਾ ਸੀ, ਸਾਡੇ ਫਰੈਂਡ ਸੀਗੇ ਗੁਰਦੁਆਰੇ ਦੇ ਵਿੱਚ, ਉਹਨਾਂ ਸਾਰਿਆਂ ਨੇ ਬੱਚਿਆਂ ਨੂੰ ਬੱਸਾਂ 'ਚ ਲੈ ਕੇ ਕੈਪੀਟਲ ਦਿਖਾ ਕੇ ਲਿਆਉਣਾ, ਜਾਂ ਉਹਨਾਂ ਨੇ ਬਲੱਡ ਡੋਨੇਸ਼ਨ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਨਾ। ਕੋਈ ਜਿਹੜੇ ਸਿਵਿਕ ਪਾਰਟਿਸਿਪੇਸ਼ਨ ਆ ਨਾ, ਸਿਵਿਕ ਪਾਰਟਿਸਿਪੇਸ਼ਨ ਦੇ ਵਿੱਚ ਤੁਹਾਡੀ ਵਿਜ਼ਿਬਿਲਿਟੀ ਬਣਦੀ ਆ। ਜਦੋਂ ਪੱਗਾਂ ਵਾਲੇ ਬੰਦੇ ਡੋਨੇਟ ਕਰ ਰਹੇ ਨੇ, ਕੰਮ ਕਰ ਰਹੇ ਨੇ, ਸਾਂਝਾ ਕੰਮ ਕਰ ਰਹੇ ਨੇ ਨਾ, ਉੱਥੇ ਤੁਹਾਡੀ ਵਿਜ਼ਿਬਿਲਿਟੀ ਤੋਂ ਫਿਰ ਲੋਕੀ ਆਪੇ ਹੀ ਕੁਐਸਚਨ ਪੁੱਛਦੇ ਆ ਵੀ ਇਹ ਕੌਣ ਆ ਬੰਦੇ, ਸਾਡੀ ਐਫਰਟ ਕਿਤੇ ਘਟ ਜਾਂਦੀ ਆ। ਸੋ ਇਹ ਕੰਪਲਿਕੇਟਡ ਕੰਮ ਆ, ਇਹ 'ਚ ਕੰਪਰੀਹੈਂਸਿਵਲੀ ਸਾਨੂੰ ਪਾਰਟਿਸਿਪੇਟ ਕਰਨਾ ਪਾਉਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ। ਓਕੇ ਬਲਜਿੰਦਰ ਜੀ, ਕਮ ਬੈਕ। ਬਰਾੜ ਸਾਹਿਬ, ਗੁਰਰੀਤ ਜੀ, ਹਾਂਜੀ ਤੁਸੀਂ ਪਾਓ ਥੋੜਾ ਚਾਨਣਾ। ਨਹੀਂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਂ ਐਕਚੁਅਲੀ ਮੇਰੀ ਅੱਜ ਦੀ ਡਿਸਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਵੱਡਾ ਮਕਸਦ ਸੀਗਾ ਕਿ ਮੈਂ ਸੁਣਨਾ ਚਾਹੁੰਦਾ ਸੀਗਾ ਬੀਨਿੰਗ ਸਾਹਿਬ ਤੇ ਹੋਰ ਜਿਹੜੇ ਸਾਡੇ ਸੱਜਣ ਕੈਨੇਡਾ। ਹਾਂਜੀ ਸੋ ਮੇਰਾ ਕਿਉਂਕਿ ਡੂੰਘੀ ਦਿਲਚਸਪੀ ਹੈ ਜੀ, ਔਰ ਇੱਥੇ ਪਿਸ਼ੌਰਾ ਸਿੰਘ ਢਿੱਲੋਂ ਸਾਹਿਬ ਹੁਣੀ, ਡਾਕਟਰ ਜੋਸਨ ਔਰ ਹੋਰ ਜਿਹੜੇ ਮੋਹਤਬਰ ਸਕੂਲਾਂ ਦੇ ਵਿੱਚ ਕਰਿਕੂਲਮ, ਤੇ ਮੈਂ ਉਸ ਚੀਜ਼ ਉੱਤੇ ਇੱਕ ਕਮੈਂਟ ਜ਼ਰੂਰ ਕਰਨਾ ਚਾਹੂੰਗਾ। ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਮੈਂਸ਼ਨ ਕੀਤਾ ਕਿ ਹੁਣ ਕਈ ਸਕੂਲ ਡਿਸਟ੍ਰਿਕਟਸ ਦੇ ਵਿੱਚ ਚੱਲ ਰਹੀ ਹੈ ਗੱਲ ਇੱਥੇ ਕਿ ਪੰਜਾਬੀ ਦਾ ਸਬਜੈਕਟ ਹੈ ਜਿਹੜਾ ਉਹ ਲਾਗੂ ਕਰਵਾਉਣ ਦੇ ਲਈ ਕਰਮਨ ਤੋਂ ਬਾਅਦ। ਔਰ ਜਿਹੜੀ ਵੀ ਜਦੋਂ ਕੋਈ ਗੱਲ ਹੁੰਦੀ ਹੈ ਕਿ ਜੇ ਕਰਮਨ ਦੇ ਵਿੱਚ ਕੋਈ ਮੈਕਸੀਕਨ ਬੱਚਾ ਹੈਗਾ ਉਹ ਪੰਜਾਬੀ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ, ਤਾਂ ਮੈਨੂੰ ਬੇਅੰਤ ਖੁਸ਼ੀ ਹੋਊਗੀ ਇਸ ਚੀਜ਼ ਦੀ, ਕਿਉਂਕਿ ਜਿਹੜਾ ਆਪਣਾ ਮਕਸਦ ਆ ਉਸ ਚੀਜ਼ ਦੇ ਫੈਲਾਅ ਦਾ ਹੈ। ਮੇਰੇ ਖਿਆਲ ਦੇ ਨਾਲ ਸਾਡੀ ਕਮਿਊਨਿਟੀ ਨੂੰ ਕਈ ਵਾਰੀ ਇਸੇ ਚੀਜ਼ ਨੇ ਹੀ ਜਕੜ ਕੇ ਇੱਕੋ ਥਾਂ ਤੇ ਰੱਖਿਆ। ਜਿਸ ਤਰ੍ਹਾਂ ਆਪਾਂ ਆਖੀਏ ਕਿ ਮਾਫ ਕਰਨਾ, ਮੈਂ ਜਿਵੇਂ ਕਹਿੰਦਾ ਹੁੰਦਾ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਵੀ ਆਪਾਂ ਲੰਗਰ, ਉਹ ਆਪਣੇ ਹੀ ਉਹਨਾਂ ਹੀ ਲੋਕਾਂ ਨੂੰ ਹਰ ਵਾਰ ਲੰਗਰ ਜ਼ਿਆਦਾ ਛਕਾਉਣ ਤੇ ਜ਼ੋਰ ਦਿੰਦੇ ਆ। ਜੇ ਆਪਾਂ ਉਸੇ ਚੀਜ਼ ਨੂੰ ਆਪਾਂ ਬਾਹਰ ਨੂੰ ਅਪਰੋਚ ਕਰੀਏ, ਜਿਹੜੀ ਬਾਹਰਲੀਆਂ ਕਮਿਊਨਿਟੀ ਨੂੰ ਆਪਾਂ ਦੱਸੀਏ, ਭਾਵੇਂ ਉਹ ਲਿਟਰੇਚਰ ਦਾ ਲੰਗਰ ਆ, ਭਾਵੇਂ ਉਹ ਗਰੀਬ ਕਮਿਊਨਿਟੀ ਨੂੰ ਖਵਾਉਣਾ ਜਾਂ ਕਿਸੇ ਨੂੰ ਵੀ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਦੀ ਗੱਲ ਹੈ। ਇਹੀ ਗੱਲ ਉੱਥੇ ਹੋਈ ਸੀ ਜਦੋਂ ਇੱਕ ਵਾਰੀ ਲੁਧਿਆਣੇ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਬੱਚਿਆਂ ਨੇ ਪੰਜਾਬੀ ਦੇ ਵਿੱਚ ਪਹਿਲੇ ਦਰਜੇ ਹਾਸਲ ਕੀਤੇ ਹੈ। ਸਰਬਜੀਤ ਜੀ ਤੁਹਾਡੇ ਤੇ ਮੈਂ ਆਉਣਾ ਪਹਿਲਾਂ ਸਮਰਾ ਸਾਹਿਬ ਨੂੰ, ਭਜਨ ਸਮਰਾ। ਹਾਂਜੀ, ਸਤਿ ਸ੍ਰੀ ਅਕਾਲ ਸਾਰੇ ਪਾਰਟਿਸਪੈਂਟਸ ਨੂੰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਮਰਾ ਸਾਹਿਬ। ਮੈਂ ਤਾਂ ਅੱਜ ਸੁਣ ਰਿਹਾ ਸਾਰਿਆਂ ਦੇ ਆਪੋ ਆਪਣੇ ਐਕਸਪੀਰੀਅੰਸ, ਸਾਰਿਆਂ ਦੀ ਆਪੋ ਆਪਣੀ ਰਾਏ ਜਿਹੜੀ ਆ ਉਹ ਬਹੁਤ ਵਧੀਆ। ਤੇ ਜਿੱਦਾਂ ਜੋ ਸੰਧੂ ਸਾਹਿਬ ਉਹਨਾਂ ਨੇ ਕਿਹਾ ਵੀ ਕਾਫੀ ਵਧੀਆ, ਇਹਨਾਂ ਨੇ ਸਾਰਿਆਂ ਨੇ ਆਪੋ ਆਪਣੀ ਇੰਟੈਲੈਕਚੁਅਲ ਜਿੰਨੀ ਇਹਨਾਂ ਕੋਲ ਜਿੰਨੀ ਕੁ ਆਪਣੀ ਵਾਕਫੀ ਆ ਉਹ ਦਿੱਤੀ ਸਾਰਿਆਂ ਨੂੰ। ਪਹਿਲਾਂ ਤਾਂ ਆਪਾਂ ਸਾਰੇ ਹੁਣ ਪੰਜਾਬੀ ਇੱਥੇ ਬੋਲਿਆ ਕਰੀਏ ਪੂਰੀ। ਇੱਕ ਸੁਝਾਅ ਜਿਹੜਾ ਉਹ ਇਹ ਆ, ਹੈ ਨਾ, ਕਿ
ਜਿਹੜੀ ਆਪਾਂ ਦੇਖੋ ਜਿਹੜੀ ਪੰਜਾਬੀ ਆ ਨਾ, ਪਹਿਲੇ ਨੰਬਰ ਤਾਂ ਇਹ ਘਰ ਤੋਂ ਸ਼ੁਰੂ ਹੁੰਦੀ ਆ, ਦੂਜੇ ਨੰਬਰ ਤੇ ਅਸੀਂ ਆ ਜਾਂਦੇ ਹਾਂ। ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਸੰਸਥਾ ਆ ਸਾਡੇ ਲਈ ਪੰਜਾਬੀ ਸਿਖਾਉਣ ਲਈ, ਉਹ ਗੁਰਦੁਆਰੇ ਆ। ਜਦੋਂ ਅਸੀਂ ਘਰ ਤੋਂ ਸ਼ੁਰੂ ਕਰਕੇ ਗੁਰਦੁਆਰਿਆਂ ਜਾ ਗਏ, ਤੀਜੀ ਫਿਰ ਜਿਹੜੀ ਆ ਜਿਹੜਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਆ, ਉਹਦੇ ਵਿੱਚ ਸਾਨੂੰ ਲੈ ਕੇ ਜਾਣਾ ਉਹਨੂੰ। ਇੱਥੇ ਰਹਿੰਦੇ ਹੋਏ ਸਾਰਾ ਸਿਸਟਮ ਦੇਖਦੇ ਹੋਏ ਇੱਕ ਚੀਜ਼ ਤੇ ਸਾਫ਼ ਆ ਕਿ ਸਿਸਟਮ ਜਿਹੜਾ ਉਹ ਬਹੁਤ ਹੀ ਕੋਆਪਰੇਟ ਕਰਦਾ, ਸਹਿਯੋਗੀ ਆ। ਉਹ ਤੁਸੀਂ ਦੇਖੋ ਵੀ DMB ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਬੰਦੇ ਪੰਜਾਬ ਤੋਂ ਆਉਂਦੇ ਆ, ਉਹਨਾਂ ਨੂੰ ਸਮੱਸਿਆ ਸੀਗੀ ਵੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਟੈਸਟ ਨਹੀਂ ਦਿੰਦੇ ਸੀ। ਉਹ ਫਿਰ ਨਕਲਾਂ ਮਾਰ ਮੂਰ ਕੇ ਕਿਸੇ ਨਾ ਕਿਸੇ ਤਰ੍ਹਾਂ ਘੋਟਾ ਲਾ ਕੇ ਕਰਦੇ ਸੀ। ਪਰ ਹੁਣ ਉਹ ਸ਼ੁਰੂ ਹੋ ਗਿਆ ਕਿ ਪੰਜਾਬੀ ਦੇ ਵਿੱਚ ਉਹ ਟੈਸਟ ਜਿਹੜੇ ਆ ਦਿੰਦੇ ਆ, ਤੇ ਉਹਨਾਂ ਕੋਲ ਸਟਾਫ ਵੀ ਹੋਏਗਾ ਜਿਹੜਾ ਉਹਨਾਂ ਨੂੰ ਚੈੱਕ ਕਰਦਾ, ਉਹਨਾਂ ਨੂੰ ਬੋਲਦਾ, ਉਹਨਾਂ ਨੂੰ ਗਾਈਡ ਵੀ ਕਰਦਾ। ਉਸ ਲੈਵਲ ਤੇ ਆ ਗਿਆ ਸੀ। ਫਿਰ ਅਸੀਂ ਫਾਰਮਿੰਗ ਦੇ ਵਿੱਚ ਹੈਗੇ ਆ। ਫਾਰਮਿੰਗ ਦੇ ਵਿੱਚ ਜਿਹੜੇ ਸਾਡੇ ਕੈਮੀਕਲਸ ਹੈਗੇ ਆ, ਉਹਨਾਂ ਨੂੰ ਜਦੋਂ ਯੂਜ਼ ਕਰਦੇ ਆ ਅਸੀਂ, ਤੇ ਕਾਫੀ ਇੰਨੇ ਸਾਡੇ ਕੋਲ ਲੇਬਰ ਤਾਂ ਪੰਜਾਬੀ ਹੈ ਨਹੀਂ ਗੀ ਵੀ ਜਿਨ੍ਹਾਂ ਨੂੰ ਇਸ ਲੈਵਲ ਤੇ ਪੰਜਾਬੀ ਨੂੰ ਪ੍ਰਮੋਟ ਕਰਕੇ ਉਹਨਾਂ ਲਈ ਸਾਰਾ ਕੁਝ ਕੀਤਾ ਜਾਵੇ। ਪਰ ਸਿਸਟਮ ਨੇ ਫਿਰ ਵੀ ਜਿੰਨੇ ਸਾਡੇ ਉਹ ਇੰਸਟਰਕਸ਼ਨ ਹੈਗੀਆਂ ਜਿਹੜੀਆਂ ਵਰਕਰਾਂ ਨੂੰ ਦੇ ਦੀਆਂ, ਉਹ ਉਹਨਾਂ ਨੇ ਪੰਜਾਬੀ ਵਿੱਚ ਵੀ ਕਾਫੀ ਟਾਈਮ ਤੋਂ ਲਾਗੂ ਕਰਤੀਆਂ। ਮੈਨੂੰ ਲੱਗਦਾ ਪਿਸ਼ੌਰਾ ਸਿੰਘ ਹੁਣਾਂ ਨੂੰ, ਡਾਕਟਰ ਬਰਾੜ ਹੁਣਾਂ ਨੂੰ ਇਹਦੀ ਵਾਕਫੀ ਹੋਏਗੀ। ਤੇ ਉਸ ਤੋਂ ਬਾਅਦ ਹੁਣ ਸਾਡਾ ਜਦੋਂ ਪਹਿਲਾਂ ਅਸੀਂ ਘਰ ਤੋਂ ਬੱਚਿਆਂ ਨੂੰ ਸ਼ੁਰੂ ਕਰਦੇ ਹਾਂ, ਫਿਰ ਅਸੀਂ ਉਹਨੂੰ ਸਕੂਲਾਂ ਦੇ ਵਿੱਚ ਗੁਰਦੁਆਰਿਆਂ 'ਚ ਪ੍ਰਮੋਟ ਕਰਦੇ ਹਾਂ। ਹੁਣ ਤੀਸਰੀ ਪੁਸ਼ ਸਾਡੀ ਸਾਰਿਆਂ ਦੀ ਆ, ਜਿੱਥੇ ਅਸੀਂ ਲੱਗੇ ਹੋਏ ਹਾਂ ਵੀ ਇਹਨੂੰ ਹੁਣ ਸਕੂਲ ਲੈਵਲ ਤੇ ਲੈ ਕੇ ਜਾਣਾ। ਜਦੋਂ ਘਰੇ ਅਸੀਂ ਬੋਲਦੇ ਹਾਂ, ਦਾਸ ਵਿੱਚ ਹੀ ਬੋਲਦੇ ਹਾਂ, ਗੁਰਦੁਆਰਿਆਂ 'ਚ ਬੋਲਦੇ ਹਾਂ, ਆਪਣੀ ਕਮਿਊਨਿਟੀ 'ਚ ਬੋਲਦੇ ਹਾਂ, ਪਰ ਹੁਣ ਸਾਡਾ ਟਾਈਮ ਆ ਗਿਆ ਕਿ ਹਾਊ ਟੂ ਮਾਰਕੀਟ ਪੰਜਾਬੀ। ਜਿੱਦਾਂ ਅਸੀਂ ਸਿੱਖੀ, ਅਸੀਂ ਜਿੱਦਾਂ ਉਹ ਕਹਿੰਦੇ ਵੀ ਮੈਕਸੀਕੋ ਮੁੰਡਾ ਜਿਹੜਾ ਫਸਟ ਆਇਆ, ਇਟਸ ਅ ਮੈਟਰ ਟੂ ਬੀ ਪ੍ਰਾਊਡ ਕਿ ਉਹਨਾਂ ਬੰਦਿਆਂ ਨਾਲ ਕਿਸੇ ਨਾ ਕਿਸੇ ਬੰਦੇ ਨੇ ਉਹਨੂੰ ਰੈਕੋਗਨਾਈਜ਼ ਕੀਤਾ ਤੇ ਉਹਨਾਂ ਨੇ ਇਹਨੂੰ ਇੰਟਰਸਟ ਲਿਆ ਇਹਦੇ ਵਿੱਚ। ਸੋ ਜਿੰਨੇ ਵਾਧੂ ਹੋਰ ਪੰਜਾਬੀ ਬੋਲਣ ਵਾਲੇ ਪੈਦਾ ਹੋਣਗੇ, ਜਾਂ ਸਾਡੇ ਬੰਦੇ ਜਿਹੜੇ ਆਪਸ ਵਿੱਚ ਹੀ, ਸਾਡਾ ਕਲਚਰ ਉਹੀ ਸਟਰੋਂਗ ਹੋਊਗਾ ਜਦੋਂ ਪੰਜਾਬੀ ਬੋਲਾਂਗੇ ਅਸੀਂ। ਥੋੜਾ ਜਿਹਾ ਪਿਛੋਕੜ ਯਾਦ ਰਹੂਗਾ, ਬੱਚੇ ਪੰਜਾਬ ਜਾਣਗੇ, ਪੰਜਾਬ ਜਾ ਕੇ ਵੀ ਆਪਣੀ ਬੋਲੀ ਬੋਲ ਸਕਣਗੇ। ਪਰ ਹੁਣ ਖੁਸ਼ੀ ਦੀ ਗੱਲ ਇਹ ਆ ਵੀ ਆਪਾਂ ਸਾਰਿਆਂ ਦਾ ਜਿਹੜਾ ਫੋਕਸ ਆ ਉਹ ਇਸ ਤੇ ਹੀ ਆ ਵੀ how to promote market our language। ਆਪਣੇ ਸਾਧੂ ਸਿੰਘ ਜੀ ਯੂਨੀਵਰਸਿਟੀਆਂ 'ਚ ਮਿਲੀਅਨ ਡਾਲਰ ਦੇ ਕੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ। ਉਹਨਾਂ ਨੇ ਚੇਅਰ ਬਣਾਈ ਹੋਈਆਂ ਨੇ ਕਾਫੀ। ਉਹਦਾ ਫੈਕਟ ਤੁਹਾਡੇ ਵੀ ਉੱਥੇ ਹੋ ਰਿਹਾ ਕੁਛ? ਇਹ ਵੀ ਐਕਸਪੈਂਸ਼ਨ ਹੋ ਰਹੀ ਹੈ ਸਾਧੂ ਸਿੰਘ ਜੀ? ਨਹੀਂ, ਸਾਡੇ ਇੰਨੀ ਜ਼ਿਆਦਾ ਨਹੀਂ ਹੋ ਰਹੀ। ਸਾਡੇ ਇੱਥੇ ਵੈਨਕੂਵਰ ਦੇ ਦੁਆਲੇ ਜਿਹੜੀਆਂ BC ਦੀਆਂ 4 ਯੂਨੀਵਰਸਿਟੀਆਂ, ਉੱਥੇ ਤਾਂ ਪੰਜਾਬੀ ਪੜ੍ਹਾਈ ਜਾਂਦੀ ਆ। ਚੇਅਰ ਸਾਡੇ ਕੋਲ ਇੱਕੋ ਹੀ ਹੈ ਜੀ। ਉਹਦੇ ਵਿੱਚ ਵੀ ਕੋਈ ਏਡੀ ਐਕਸਪੈਂਸ਼ਨ, ਜਿਵੇਂ ਮੰਨ ਲਓ ਪਿਛਲੇ ਹਫ਼ਤੇ ਵੀ ਦੱਸਿਆ ਸੀ ਵੀ ਜਦੋਂ 1987 ਚੇਅਰ ਸ਼ੁਰੂ ਹੋਈ ਸੀ, ਤਕਰੀਬਨ ਪ੍ਰੋਗਰਾਮ ਉੱਥੇ ਤੱਕ ਹੀ ਆ, ਉਹ ਤੋਂ ਵਧਿਆ ਘਟਿਆ ਨਹੀਂ ਹੈ ਉਹ ਖਾਸ। ਤੇ ਉਹਦੇ 'ਚ ਜਿਹੜੀ ਮੇਰਾ ਖਿਆਲ ਇੱਕ ਸਮੱਸਿਆ ਇਹ ਆ ਕਿ ਸਾਡੇ ਭਾਈਚਾਰੇ 'ਚ ਪੈਸਾ ਤਾਂ ਬਹੁਤ ਆ, ਪਾਵਰ ਕਾਫੀ ਹੈਗੀ ਆ, ਪਰ ਪੰਜਾਬੀ ਵੱਲ ਉਨਾ ਧਿਆਨ ਨਹੀਂ ਹੈ। ਮਤਲਬ ਜਿਹੜਾ ਉਸ ਕਿਸਮ ਦੀ ਇਨਵੈਸਟਮੈਂਟ ਨਹੀਂ ਕਰਨ ਨੂੰ ਲੋਕ ਤਿਆਰ ਹੈਗੇ ਬੋਲੀ ਦੇ ਵਿੱਚ। ਤੁਸੀਂ ਜਿਹੜੀ ਮਤਲਬ ਮੈਂ ਤਾਂ ਨਹੀਂ ਕਹੂੰਗਾ ਕਿ ਮੈਨੂੰ ਪਤਾ ਹੈ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਬਿਲਕੁਲ ਗਲਤ ਗੱਲ ਹੋਊਗੀ ਨਾ। ਹਰੇਕ ਤਰ੍ਹਾਂ ਵੱਖਰੀਆਂ ਸਥਿਤੀਆਂ ਆ। ਮੈਂ ਤੁਹਾਨੂੰ ਆਪਣੇ ਬਾਰੇ ਫਿਰ ਥੋੜਾ ਜਿਹਾ ਦੁਬਾਰਾ ਦੱਸਣਾ ਜੋ ਕਿ ਅਸੀਂ ਪਹਿਲਾਂ ਕੀਤਾ। ਸਾਡੀ ਥੋੜੀ ਜਿਹੀ ਪਹੁੰਚ ਵੱਖਰੀ ਹੈਗੀ ਆ। ਸਾਡੀ ਪਹਿਲੀ ਗੱਲ ਇਹ ਆ ਕਿ ਜਿਹੜੀ ਬੋਲੀ ਆ ਉਹ ਧਰਮ ਤੋਂ ਵੱਖ ਇਸ਼ੂ ਹੋਣੀ ਚਾਹੀਦੀ ਆ। ਜੇ ਸਾਡੇ ਬੱਚੇ ਗੁਰਮੁਖੀ ਪੜ੍ਹਨੀ ਸਿੱਖ ਜਾਂਦੇ ਆ ਤਾਂ ਉਹ ਸਾਡੇ ਧਰਮ ਬਾਰੇ ਵੀ ਪੜ੍ਹ ਲੈਣਗੇ, ਹੋਰਨਾਂ ਚੀਜ਼ਾਂ ਵੀ ਪੜ੍ਹ ਲੈਣਗੇ। ਜੇ ਅਸੀਂ ਇਕੱਲਾ ਉਹਨਾਂ ਨੂੰ ਧਰਮ ਹੀ ਪੜ੍ਹਾਉਂਦੇ ਆ, ਫਿਰ ਅਸੀਂ ਉਹਨਾਂ ਨੂੰ ਲਿਮਿਟ ਕਰ ਦਿੰਦੇ ਹਾਂ ਨਾ। ਸਾਡੀ ਅਪਰੋਚ ਇਹ ਆ। ਉਹ ਇਸ ਕਰਕੇ ਵੀ ਕਿ ਜਿੱਥੇ ਜਿਹੜੇ ਸਾਡੇ ਇੱਥੇ ਪ੍ਰਾਈਵੇਟ ਸਕੂਲ ਹੈਗੇ ਆ, ਉਹ ਧਾਰਮਿਕ ਸਕੂਲ ਆ, ਉਹਨਾਂ ਦੇ ਵਿੱਚੋਂ ਉਹ ਆਪੋ ਆਪਣਾ ਧਰਮ ਪੜ੍ਹਾਉਂਦੇ ਆ ਉਹਨਾਂ ਨੂੰ। ਪਰ ਜਿਹੜੀ ਪਬਲਿਕ ਸਕੂਲ ਹੈਗੇ, ਜਿਹੜੇ ਸਾਡੇ ਗੌਰਮੈਂਟ ਦੇ ਸਕੂਲ ਆ, ਉਹਨਾਂ ਦੇ ਵਿੱਚ ਧਰਮ ਨਹੀਂ ਪੜ੍ਹਾਇਆ ਜਾਂਦਾ। ਧਰਮ ਬਾਰੇ ਤਾਂ ਜ਼ਰੂਰ ਉਹ ਉੱਚੀਆਂ ਕਲਾਸਾਂ ਜਾ ਕੇ ਪੜ੍ਹਾਉਂਦੇ ਆ। ਸਾਡੇ ਇੱਥੇ ਜਿਹੜਾ ਐਜੂਕੇਸ਼ਨ ਤੋਂ ਧਰਮ ਨੂੰ ਕਾਫੀ ਹੱਦ ਤੱਕ ਉਹਨਾਂ ਨੇ ਵੱਖ ਕੀਤਾ। ਇਹ ਪ੍ਰੋਬਲਮ ਵੀ ਪਈ ਸੀਗੀ UBC ਦੇ ਨਾਲ ਜਦੋਂ ਉੱਥੇ ਚੇਅਰ ਐਸਟੈਬਲਿਸ਼ ਹੋਈ ਆ 1987 ਦੇ ਵਿੱਚ। ਭਾਈਚਾਰੇ ਨਾਲ ਪ੍ਰੋਬਲਮ ਵੀ ਇਹ ਪਈ ਸੀ। ਭਾਈਚਾਰੇ ਦੇ ਮਨ ਦੇ ਵਿੱਚ ਇਹ ਸੀਗੀ ਗੱਲ
ਕਿ ਉੱਥੇ ਧਰਮ ਜਿਹੜਾ ਉਹ ਪ੍ਰਚਾਰ ਕੀਤਾ ਜਾਊਗਾ, ਸਿੱਖ ਧਰਮ ਬਾਰੇ ਉੱਥੇ ਦੱਸਿਆ ਜਾਊਗਾ ਲੋਕਾਂ ਨੂੰ। ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਟੀਚ ਕਰਦੇ ਹਾਂ, ਪ੍ਰੀਚ ਨਹੀਂ ਕਰਦੇ ਹੈ। ਉਹ ਫਿਰ ਸਾਡੀ ਕਮਿਊਨਿਟੀ ਨਾਲੋਂ ਉਹਨਾਂ ਦਾ ਕਨੈਕਸ਼ਨ UBC ਦਾ ਟੁੱਟ ਗਿਆ ਸੀਗਾ, ਇਸ ਕਰਕੇ ਉਹ ਮੁੜ ਕੇ ਐਸਟੈਬਲਿਸ਼ ਨਹੀਂ ਹੋਇਆ ਉਸ ਤਰੀਕੇ ਨਾਲ, ਹੈ ਨਾ। ਸੋ ਜਿਹੜੀ ਸਾਡੀ ਅਪਰੋਚ ਆ ਉਹ ਬਿਲਕੁਲ ਵੱਖਰੀ ਆ। ਅਸੀਂ ਮੈਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ ਤੁਸੀਂ ਏਦਾਂ ਨਹੀਂ ਏਦਾਂ ਕਰੋ, ਪਰ ਜੇ ਬੋਲੀ ਨੂੰ ਧਰਮ ਤੋਂ ਵੱਖ ਰੱਖਿਆ ਜਾਵੇ, ਜਿਹੜੀਆਂ ਬਾਕੀ ਪਿਸ਼ੌਰਾ ਸਾਹਿਬ ਨੇ ਢਿੱਲੋਂ ਸਾਹਿਬ ਨੇ ਆਪਣੇ ਪੇਪਰ ਦੇ ਵਿੱਚ ਗੱਲਾਂ ਕੀਤੀਆਂ ਉਹ ਬਹੁਤ ਵਧੀਆ ਹੈਗੀਆਂ। ਸਾਨੂੰ ਆਪਣੇ ਧਰਮ ਬਾਰੇ, ਸਾਨੂੰ ਆਪਣੇ ਇਤਿਹਾਸ ਬਾਰੇ, ਸਾਨੂੰ ਆਪਣੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਬੱਚਿਆਂ ਨੂੰ ਵਿਦਿਤ ਕਰਨਾ ਚਾਹੀਦਾ ਹੈ। ਪਰ ਇਹ ਗੱਲਾਂ ਜਿਹੜੀਆਂ ਇਹਨਾਂ ਦੇ ਵਿੱਚ ਇੱਕ ਮੇਰਾ ਖਿਆਲ ਆ ਕਿ ਅਪਰੋਚ ਜਿਹੜੀ ਵੱਖਰੀ ਹੋਣੀ ਚਾਹੀਦੀ ਹੈ। ਇੱਕ ਤਾਂ ਲੈਂਗੁਏਜ ਹੈ ਜਿਹੜੀ ਉਹਨੂੰ ਵੱਖਰੇ ਤਰੀਕੇ ਨਾਲ ਲੈਣਾ ਚਾਹੀਦਾ, ਉਹਨੂੰ ਧਰਮ ਦੇ ਨਾਲ ਜੋੜ ਕੇ ਨਹੀਂ। ਹਾਂ, ਗੁਰਦੁਆਰਿਆਂ 'ਚ ਗੱਲ ਬਿਲਕੁਲ ਵੱਖਰੀ ਹੈਗੀ ਆ, ਉਹ ਇੱਕ ਆਪਣਾ ਸਥਾਨ ਉੱਥੇ ਕਰਨਾ। ਜਿਹੜੀ ਪਬਲਿਕ ਐਜੂਕੇਸ਼ਨ ਆ ਹੁਣ ਮਤਲਬ ਕਿਉਂਕਿ 80 ਮਿਲੀਅਨ ਤਾਂ ਮੁਸਲਮਾਨ ਆ ਜਿਹੜੇ ਪੰਜਾਬੀ ਬੋਲਦੇ ਆ, ਤੁਹਾਡੇ ਵੀ ਥੋੜੇ ਵਾਲੇ ਉੱਥੇ ਹੋਣਗੇ। ਹਾਂਜੀ। ਆਪਣੇ ਸਿੱਖਾਂ ਜਿਹਨੇ ਹਿੰਦੂ ਆ, ਆਪਾਂ ਉਹਨਾਂ ਨੂੰ ਤਾਂ ਬਿਲਕੁਲ ਵੱਖ ਕਰ ਦਿੱਤਾ ਨਾ ਪੰਜਾਬੀ ਬੋਲੀ ਨੂੰ। ਆ ਸਾਰੀ ਗੱਲਬਾਤ ਜਿਹੜੀ ਅੱਜ ਇੱਥੇ ਹੋਈ ਆ ਉਹਦੇ ਚ ਨਾ ਕੋਈ ਮੁਸਲਮਾਨ ਇਨਵੋਲਵ ਆ ਨਾ ਕੋਈ ਹਿੰਦੂ ਇਨਵੋਲਵ ਆ, ਹਨਾ। ਉਹ ਹੁਣ ਨਾ ਹੁਣ ਇੱਕ ਇਹ ਗੱਲ ਬਹੁਤ ਠੀਕ ਆ, ਪਰ ਆਪਣੀ ਅਪਰੋਚ ਇਹ ਹੋਣੀ ਚਾਹੀਦੀ ਨਾ ਇਹ ਮਤਲਬ ਜਿਹੜੀ ਬੋਲੀ ਸਕੂਲਾਂ 'ਚ ਪੜ੍ਹਾਈ ਜਾਵੇ ਉਹ ਸਾਰੇ ਉਹਦੇ ਨਾਲ ਰਿਲੇਟ ਕਰ ਸਕਣ, ਮਤਲਬ ਜਿਹੜੀ ਹੈ ਨਾ। ਸੋ ਇਹ ਮੈਂ ਆਪਣੀ ਤੁਹਾਨੂੰ ਦੱਸਦਾ ਵੀ ਅਸੀਂ ਸਾਡੀ ਅਪਰੋਚ ਇਹ ਆ। ਪਰ ਅਗੇਨ ਮੈਂ ਫਿਰ ਵੀ ਕਰਨਾ ਚਾਹੁੰਦਾ ਵੀ ਤੁਸੀਂ ਜੋ ਕੁਝ ਕਰ ਰਹੇ ਆ ਕਿਉਂਕਿ ਤੁਸੀਂ ਉੱਥੋਂ ਦੇ ਹਿਸਾਬ ਦੇ ਨਾਲ ਉਸ ਆਪਣੀ ਥਾਂ ਦੇ ਅਨੁਸਾਰ ਜਿਹੜੀ ਤੁਹਾਡੀ ਅਪਰੋਚ ਆ ਉਹ ਮਤਲਬ ਸ਼ਾਇਦ ਇਹੀ ਕੰਮ ਕਰੇ ਤੁਹਾਡੇ ਵਾਲੀ, ਕਿਉਂਕਿ ਅਸਲੀ ਪਾਵਰ ਤਾਂ ਆਪਣੀ ਮਤਲਬ ਜਿਹੜੀ ਇਸ ਵੇਲੇ ਸਿੱਖ ਕਮਿਊਨਿਟੀ ਦੇ ਕੋਲ ਆ, ਤੇ ਜੇ ਉਹ ਪੁਸ਼ ਕਰਨਗੇ ਤਾਂ ਉਹ ਕਰ ਸਕਦੇ ਆ। ਸਾਡੇ ਇਹੀ ਇੱਕ ਕਮੀ ਵੀ ਹੈਗੀ ਆ ਕਿ ਸਿੱਖ ਧਰਮ ਦੇ ਲੋਕ ਜਿਹੜੇ ਪਾਵਰਫੁਲ ਹੈਗੇ ਆ ਉਹ ਆਪਣੇ ਸਿਆਸੀ ਲੋਕਾਂ ਨੂੰ ਤਾਂ ਮਤਲਬ ਜਿਤਾ ਦਿੰਦੇ ਆ, ਪਰ ਅੱਜ ਕੱਲ੍ਹ ਸਾਡਾ ਬੋਲੀ ਦਾ ਇਕੱਲੇ ਧਰਮ ਨਾਲ ਨਹੀਂ ਸਾਹਿਤ ਨਾਲ ਵੀ ਸੰਬੰਧ ਆ, ਦੂਜੀਆਂ ਚੀਜ਼ਾਂ ਨਾਲ ਵੀ। ਹੁਣ ਤੁਹਾਡੀ ਕਿਸੇ ਗੱਲਬਾਤ ਦੇ ਵਿੱਚ ਸਾਹਿਤ ਦਾ ਕੋਈ ਥਾਂ ਨਹੀਂ ਹੈ, ਹੈਨਾ। ਪੰਜਾਬੀ ਸਾਹਿਤ ਦਾ ਕੋਈ ਥਾਂ ਨਹੀਂ ਹੈ। ਇਹ ਗੱਲ ਹੈ ਜਿਹੜੀ ਮੇਰੇ ਲਈ ਇਹ ਗੱਲ ਉਨੀ ਠੀਕ ਨਹੀਂ ਲੱਗਦੀ ਮੈਨੂੰ, ਤੇ ਪਰ ਮੈਂ ਇਹ ਨਹੀਂ ਕਹੂੰਗਾ ਵੀ ਤੁਸੀਂ ਏਦਾਂ ਨਾ ਕਰੋ, ਹਨਾ। ਸੋ ਮੈਂ ਚਲੇ ਜਾਣਾ ਕਰਕੇ ਮੈਂ ਸਾਧੂ ਜੀ ਆਈ ਨੋ ਤਾਂ ਤੁਸੀਂ ਜਾਣਾ ਹੈਗਾ, ਪਰ ਜਾਣ ਤੋਂ ਪਹਿਲਾਂ ਸਾਨੂੰ ਪ੍ਰੋਮਿਸ ਕਰਕੇ ਜਾਣਾ ਨੈਕਸਟ ਟਾਈਮ ਤੁਸੀਂ ਆਉਣਾ ਹੋਰ 1-2 ਵੀਕ ਤੇ 4 ਵੀਕ ਤੇ। ਆਪਾਂ ਫਿਰ ਅਗਲਾ ਇਸ਼ੂ ਇਹ ਹੋਏਗਾ ਕਿ ਤੁਸੀਂ ਸਾਡੀ ਕਿੰਨੀ ਕੁ ਹੈਲਪ ਕਰ ਸਕਦੇ ਹੋ। ਸਾਧੂ ਸਿੰਘ ਜੀ, ਹਾਂਜੀ ਤੁਹਾਡਾ ਬਹੁਤ ਧੰਨਵਾਦ। ਤੁਸੀਂ ਪ੍ਰੋਬਲਮ ਨੂੰ ਆਇਡੈਂਟੀਫਾਈ ਕਰ ਲਿਆ। ਇਹ ਗੱਲ ਜ਼ਰੂਰੀ ਆ ਕਿ ਪੇਰੈਂਟਸ ਨੂੰ ਪਤਾ ਚਾਹੀਦਾ ਕਿ ਮੇਰਾ ਬੱਚਾ ਧਰਮ ਸਿੱਖਣ ਚੱਲਿਆ ਕਿ ਲੈਂਗੁਏਜ ਸਿੱਖਣ ਚੱਲਿਆ। ਤੁਸੀਂ ਦੇਖੋਗੇ ਕਿ ਲੋਕਾਂ ਦੀ ਅਪਰੋਚ ਅਲੱਗ ਹੋ, ਜੇ ਉਹ ਗੁਰਮੁਖੀ ਸਿੱਖਣ ਚੱਲਿਆ ਜਾਂ ਉਹ ਸਿੱਖੀ ਸਿੱਖਣ ਚੱਲਿਆ ਜਾਂ ਹੋਰ ਹੈਗਾ। ਇਹ ਗੱਲ ਬੜੀ ਇੰਪੋਰਟੈਂਟ ਆ ਕਿਉਂਕਿ ਲੋਕਾਂ ਦੇ ਅੰਦਰ ਮਿਕਸ ਫੀਲਿੰਗ ਹੈਗੀ ਆ ਵੀ ਨਾਲੇ ਤਾਂ ਇਹਨੂੰ ਧਰਮ ਬਾਰੇ ਪਤਾ ਲੱਗ ਜੇ ਨਾਲੇ ਪੰਜਾਬੀ ਸਿੱਖ ਜੇ। ਸੋ ਥੈਂਕ ਯੂ ਜੀ ਬੈਨਕ ਸਾਹਿਬ। ਜਾਣ ਤੋਂ ਪਹਿਲਾਂ ਇੱਕ ਗੱਲ ਸੁਣ ਕੇ ਜਾਇਓ ਜਰੂਰ। ਜਦੋਂ ਅਸੀਂ ਵੇਖੋ, ਸਭ ਤੋਂ ਪਹਿਲਾਂ ਮੈਂ ਭੁੱਲ ਨਾ ਜਾਵਾਂ ਸਰਦਾਰ ਸਰਬਜੀਤ ਸਿੰਘ ਹੋਣਾ ਨੂੰ ਮੈਂ ਦੱਸ ਦਵਾਂ ਕਿ ਤੁਸੀਂ ਆਪਣਾ ਨਾ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਨੇ ਜਿਹੜੇ ਉਹਨਾਂ ਨਾਲ ਸੰਪਰਕ ਕਰੋ। ਉਹਨਾਂ ਨੇ ਬਹੁਤ ਵਧੀਆ ਵਿਧੀਵਤ ਤਰੀਕੇ ਦੇ ਨਾਲ 10ਵੀਂ ਤੱਕ ਜਿਹੜਾ ਨਾ ਉਹ ਕੋਰਸ ਜਿਹੜਾ ਨਾ ਉਹ ਐਸਟੈਬਲਿਸ਼ ਕੀਤਾ, ਔਰ ਉਹ ਪਿਛਲੇ ਬੜਿਆਂ ਸਾਲਾਂ ਤੋਂ ਇਸ ਵੇਲੇ ਉਹਨਾਂ ਕੋਲ ਮੇਰੇ ਖਿਆਲ ਕੋਵਿਡ ਤੋਂ ਪਹਿਲਾਂ ਜਿਹੜਾ ਕਲਾਸਿਸ ਜਿਹੜੀਆਂ ਸੀ ਉਹ 500-600 ਬੱਚਾ ਉੱਥੇ ਸੀਗਾ ਉਹਨਾਂ ਕੋਲ। ਉਹਨਾਂ ਨੇ ਬੜਾ ਜਿਹੜਾ ਨਾ ਉਹ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਤੱਕ ਉਹਨਾਂ ਦਾ ਕੋਰਸ ਜਿਹੜੇ ਉਹਨਾਂ ਨਾਲ ਸੰਪਰਕ ਕਰੋ, ਤੁਹਾਡੀ ਬਹੁਤ ਮਦਦ ਕਰ ਦੇਣਗੇ। ਦੂਸਰਾ ਜਿਹੜਾ ਬਨਿੰਗ ਸਾਹਿਬ ਤੁਸੀਂ ਆਖਿਆ, ਜਦੋਂ ਤੁਸੀਂ ਅਸੀਂ ਇਹ ਮਤਲਬ ਇਹ ਸਾਰਾ ਕੁਝ ਸੋਚ ਕੇ ਹੀ ਨਾ ਵੀ ਇਹ ਧਰਮ ਤੇ ਬੋਲੀ ਜਿਹੜੀ ਹੈ ਨਾ ਇਹ ਇਸ ਮੁਲਕ ਦੇ ਵਿੱਚ ਇਹ ਨਹੀਂ ਗਾ ਚੱਲਣਾ। ਇੱਥੇ ਮਤਲਬ ਜਿਹੜਾ ਬੋਲੀ ਨੂੰ ਜੇ ਅਸੀਂ ਬਚਾਉਣਾ ਹੈ ਤੇ ਉਹਨੂੰ ਧਰਮ ਨਾਲ ਨਹੀਂ, ਉਹਨੂੰ ਸੱਭਿਆਚਾਰ ਨਾਲ ਬੰਨਾਂਗੇ। ਜਦੋਂ ਤੁਸੀਂ ਐਜੂਕੇਸ਼ਨ ਨੂੰ ਜਿਹੜਾ ਉਹ ਸਰਕਾਰੀ ਸਕੂਲਾਂ 'ਚ ਲੈ ਜਾਂਦੇ ਹੋ ਨਾ, ਉਦੋਂ ਫਿਰ ਤੁਸੀਂ ਧਰਮ ਨਾਲ ਨਹੀਂ ਬੰਨਦੇ ਉਹਨੂੰ, ਕਿਉਂਕਿ ਤੁਹਾਡੇ ਆਖੇ ਉੱਥੇ ਕੋਰਸ ਨਹੀਂ ਗਾ ਲੱਗਣਾ। ਉਹ ਜਿਹੜਾ ਕੋਰਸ ਉਹਨਾਂ ਸਕੂਲਾਂ ਨੇ ਉਹਨਾਂ ਦੀ ਆਪਣੀ ਵਿਧੀ ਆ, ਉਹ ਆਪਣੇ ਤਰੀਕੇ ਨਾਲ ਬਣਾਉਂਦੇ ਨੇ ਉਹਨੂੰ। ਇਥੋਂ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਉਹਨਾਂ ਨੇ ਧਰਮ ਤੋਂ ਨਿਖੇੜ ਕੇ ਉਹਨੂੰ ਸੱਭਿਆਚਾਰ ਨੂੰ, ਜੇ ਉਹਨਾਂ ਨੇ ਉਸ ਦੇ ਵਿੱਚ ਸਿੱਖ ਧਰਮ ਬਾਰੇ ਜੋ ਕੁਝ ਲਿਖਿਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਉਹ ਵੀ ਬੜਾ ਜਿਹੜਾ ਪ੍ਰੋਗਰੈਸਿਵ ਜਿਸ ਤਰ੍ਹਾਂ ਸੱਭਿਆਚਾਰ ਲਿਖਿਆ ਜਾਂਦਾ ਨਾ, ਇਸ ਤਰ੍ਹਾਂ ਲਿਖਿਆ ਜਾਂਦਾ। ਸੋ ਸਾਡੀ ਸਭ ਤੋਂ ਵੱਡੀ ਜਿਹੜੀ ਆ ਉਹ ਕੋਸ਼ਿਸ਼ ਇਹ ਹੋਈ ਸੀਗੀ ਕਿ ਗੁਰਦੁਆਰੇ ਜਿਹੜੇ ਨੇ ਉਹ ਮੁੱਢਲਾ ਬਹੁਤ ਵਧੀਆ ਕੰਮ ਕਰ ਰਹੇ ਨੇ, ਔਰ ਵੀ ਆਰ ਸੋ ਥੈਂਕਫੁਲ ਕਿ ਕਿਉਂਕਿ ਜਿਹੜੀ ਸਿੱਖ ਕੌਂਸਲ ਜੀ ਦੇ ਥਰੂ ਮੈਂ ਕੰਮ ਕਰ ਸਕਿਆ ਉਹ ਵੀ ਗੁਰਦੁਆਰਿਆਂ ਦੀ ਬਦੌਲਤ ਹੈ ਨਾ।
ਕਿਉਂਕਿ ਸਾਡੇ 13 ਗੁਰਦੁਆਰਿਆਂ ਦੀ ਉਹ ਬਣੀ ਆ ਸੰਗਤ, ਜਿਨ੍ਹਾਂ ਨੇ ਸਾਨੂੰ ਅਥਾਰਟੀ ਦਿੱਤੀ, ਜਿਨ੍ਹਾਂ ਨੇ ਸਾਨੂੰ ਸਾਡੀ ਪਿੱਠ ਤੇ ਹੱਥ ਰੱਖਿਆ, ਔਰ ਅਸੀਂ 9 ਸਾਲ 10 ਸਾਲ ਤੋਂ ਲੱਗੇ ਰਹੇ। ਸ਼ੁਕਰੀਆ। ਤੇ ਜਿਵੇਂ ਤੁਸੀਂ ਕਹਿ ਰਹੇ ਸੀ, ਜਦੋਂ ਤੁਸੀਂ ਫੇਰ ਸੱਦੋਗੇ ਤਾਂ ਅਸੀਂ ਜ਼ਰੂਰ ਆਵਾਂਗੇ, ਮੈਂ ਜ਼ਰੂਰ ਆਉਂਗਾ। ਮੈਂ ਕਰਾਂਗਾ ਸਾਰਿਆਂ ਦੇ ਨਾਲ ਮਿਲ ਕੇ ਗੱਲਬਾਤ ਕਰਕੇ, ਖਾਸ ਤੌਰ ਤੇ ਢਿੱਲੋਂ ਸਾਹਿਬ ਨਾਲ, ਇਹਨਾਂ ਦੀਆਂ ਮੈਂ ਕਵਿਤਾਵਾਂ ਸੁਣੀਆਂ, ਇਹਨਾਂ ਦੀਆਂ YouTube ਤੇ ਹੈਗੀਆਂ ਕੁਝ, ਬਹੁਤ ਖੁਸ਼ੀ ਹੋਈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਛਾ, ਸਤਿ ਸ੍ਰੀ ਅਕਾਲ ਜੀ। ਅੱਛਾ, ਸਰਬਜੀਤ ਸਿੰਘ ਤੁਹਾਨੂੰ ਦੱਸਣਗੇ ਯੂਨੀਵਰਸਿਟੀ ਦਾ ਕੀ ਰੋਲ ਹੈਗਾ ਇੱਥੇ। ਯੂਨੀਵਰਸਿਟੀਆਂ ਦਾ ਰੋਲ ਇੱਥੇ ਸਾਡੀ ਪੰਜਾਬੀ ਜਾਂ ਕਲਚਰ ਵਾਸਤੇ ਕੋਈ ਸੋ ਫਾਰ ਰੋਲ ਨਹੀਂ ਹੈਗਾ ਆ। ਇੱਥੇ ਤੇ ਬੱਚੇ ਜਿਸ ਤਰ੍ਹਾਂ ਬਾਕੀ ਬੱਚੇ ਆਪਣੇ ਪੰਜਾਬੀ ਚਾਹੁੰਦੇ, ਜਿਹੜੀ ਚੇਅਰ ਬਣੀ ਹੋਈ ਚੇਅਰ ਕੁਛ ਚੇਅਰ ਜੋ ਹੈਗੀਆਂ ਉਹਦਾ ਫਾਇਦਾ ਹੋ ਰਿਹਾ ਕੁਛ। ਹਾਂਜੀ, ਚੇਅਰਸ ਬਣੀਆਂ, ਜਿੱਦਾਂ UC ਰਿਵਰਸਾਈਡ ਚੇਅਰ ਹੈਗੀ ਆ, UC ਸੈਂਟਾ ਬਾਰਬਰਾ ਚੇਅਰ ਹੈਗੀ ਆ, ਪਰ ਪੈਸਾ ਲਗਾ ਕੇ ਚੇਅਰਸ ਐਸਟੈਬਲਿਸ਼ ਤੇ ਕੀਤੀਆਂ, ਪਰ ਜਿਹੜੇ ਬੰਦੇ ਉੱਤੇ ਅਪੁਆਇੰਟ ਕੀਤੇ ਹੋਏ ਨੇ ਉਹ ਬੰਦੇ ਹੀ ਬਹੁਤ ਕੰਟਰੋਵਰਸ਼ੀਅਲ ਹੈਗੇ ਨੇ। ਗੁਰਿੰਦਰ ਮਾਨ ਜੀ ਹੈਗੇ ਸੀਗੇ, ਸਰਦਾਰ ਪਿਸ਼ਾਰਾ ਸਿੰਘ ਹੈਗੇ ਸੀਗੇ, ਉਹਨਾਂ ਨੇ ਕੁਝ ਐਸੇ ਥੀਸਿਸ ਲਿਖ ਦਿੱਤੇ ਨੇ ਦੈਟ ਕੇਮ ਆਊਟ ਟੂ ਬੀ ਵੈਰੀ ਕੰਟਰੋਵਰਸ਼ੀਅਲ। ਤੇ ਆਪਣੇ ਸਿੱਖ ਚੇਅਰ ਦੇ ਅਪੁਆਇੰਟਡ ਬੰਦੇ ਵਾਸਤੇ ਹੀ ਆਪਣੇ ਪੰਜਾਬੀ ਇੱਕ ਵਾਰੀ ਬੱਸਾਂ ਭਰ ਕੇ UC ਰਿਵਰਸਾਈਡ ਲੈ ਕੇ ਗਏ ਸੀਗੇ, ਤੇ ਉਹਦੇ ਆਪਣੇ ਬੰਦਿਆਂ ਨੇ ਆਪਣੇ ਬੰਦੇ ਦੇ ਅਗੇਂਸਟ ਪ੍ਰੋਟੈਸਟ ਕਰਕੇ ਤੇ ਆਪਣਾ ਕਾਈਂਡ ਆਫ ਜਲੂਸ ਜਿਹਾ ਕੱਢ ਕੇ ਹੀ ਅਸੀਂ ਆ ਗਏ ਸੀਗੇ। ਸੋ ਜਿਸ ਤਰ੍ਹਾਂ ਕੁਝ ਹੋਰ ਸੋਤਾ ਸਾਹਿਬ ਨੇ ਕੀਤੀਆਂ, ਕੁਝ ਹੋਰ ਬੰਦਿਆਂ ਨੇ ਕੀਤੀਆਂ, ਉਹਦਾ ਕੋਈ ਬੈਨੀਫਿਟ ਹੋ ਰਿਹਾ? ਨਹੀਂ, ਬੈਨੀਫਿਟ ਤਾਂ ਡੈਫੀਨੇਟਲੀ ਹੈਗਾ ਆ, ਬੈਨੀਫਿਟ ਹੈਗਾ ਆ, ਆਫ ਕੋਰਸ ਬੈਨੀਫਿਟ ਹੈਗਾ ਆ, ਕਿਉਂਕਿ ਉੱਥੇ ਜਿਹੜੇ ਹੈਗੇ ਪੰਜਾਬੀਆਂ ਤੋਂ ਇਲਾਵਾ ਆਪਣੇ ਦੂਜੇ ਬੱਚੇ ਵੀ ਆਉਂਦੇ ਨੇ। ਉੱਥੇ ਸਿਰਫ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਉੱਥੇ ਹੋਰ ਸਿੱਖ ਹਿਸਟਰੀ ਬਾਰੇ, ਸਿੱਖ ਕਲਚਰ ਬਾਰੇ ਦੱਸਿਆ ਜਾਂਦਾ ਆ। ਇਟਸ ਅ ਗੁੱਡ ਥਿੰਗ। ਪਰ ਓਨਲੀ ਸਾਡੇ ਜਿਹੜੇ ਵੀ ਕੁਛ ਗਰਮ ਦਲੀਏ ਹੁੰਦੇ ਨੇ, ਉਹ ਥੋੜੀ ਪਾਰਟਿਕੂਲਰ ਚੀਜ਼ਾਂ ਨੂੰ ਲੈ ਕੇ ਉਹਦੇ ਤੇ ਫੋਕਸ ਕਰਕੇ ਹੀ ਬਸ ਉਹਨਾਂ ਨੂੰ ਕਹਿੰਦੇ ਵੀ ਇਹ ਜਿਹੜੇ ਹੈਗੇ ਥੀਸਿਸ ਉਹ ਬੰਦਿਆਂ ਦੇ ਮਗਰ ਪੈ ਜਾਂਦੇ ਨੇ। ਰਾਦਰ ਵੀ ਸਿਟ ਡਾਊਨ ਵਿਦ them on a ਟੇਬਲ ਟਾਕ ਕਰੀਏ ਉਹਨਾਂ ਦੇ ਨਾਲ, ਤੇ ਉਹਨਾਂ ਨੂੰ ਜੋ ਅਮੈਂਡਮੈਂਟ ਕਰਦੀ ਉਹਨਾਂ ਦੇ ਥਾਟਸ ਦੇ ਵਿੱਚ ਜਾਂ ਅਕੋਰਡਿੰਗ ਟੂ ਗੁਰਮਤਿ, ਉਹ ਤੇ ਠੀਕ ਆ। ਪਰ ਡੈਫੀਨੇਟਲੀ ਜਿਹੜੀ ਚੇਅਰਸ ਐਸਟੈਬਲਿਸ਼ ਕੀਤੀਆਂ ਗਈਆਂ, ਸੋਤਾ ਸਾਹਿਬ ਨੇ ਵੀ ਹੋਰ ਜਗ੍ਹਾ ਵੀ, ਉਹਨਾਂ ਦਾ ਬੈਨੀਫਿਟ ਤਾਂ ਬਹੁਤ ਹੁੰਦਾ, ਕਿਉਂਕਿ ਗੋਰੇ ਲੋਕੀ ਵੀ ਆਉਂਦੇ ਨੇ, ਗੋਰੇ ਉਹ ਦੂਸਰੇ ਨਾਨ ਸਿਕਸ ਜਿਹੜੇ ਹੈਗੇ ਨੇ ਉਹ ਆਉਂਦੇ ਨੇ। ਡੈਫੀਨੇਟਲੀ ਕਈ ਸਟੂਡੈਂਟਸ ਜਿਹੜੇ ਹੈਗੇ ਨੇ ਉਹ ਚੇਅਰ ਜਿਹੜੀ ਸਟੈਬਲਿਸ਼ ਕੀਤੀਆਂ ਉਹ ਫਿਰ ਜਿਹੜੇ ਚੇਅਰਪਰਸਨ ਹੁੰਦੇ ਨੇ ਉਹ ਗੁਰਦੁਆਰਿਆਂ ਵਿੱਚ ਲੈ ਕੇ ਆਉਂਦੇ ਨੇ, ਐਂਡ ਉਹਦੇ ਚੋਂ 99% ਗੋਰੇ ਹੀ ਹੁੰਦੇ ਨੇ ਉਹਦੇ ਵਿੱਚ। ਹਾਂ, ਉਹ ਫਿਰ ਆਬਜ਼ਰਵ ਕਰਦੇ ਨੇ ਅਸੀਂ ਜੋ ਕਲਾਸਰੂਮ 'ਚ ਪੜ੍ਹਿਆ ਸੀਗਾ ਤੇ ਜੋ ਅਸੀਂ ਐਕਚੁਅਲ ਗੁਰਦੁਆਰਿਆਂ ਵਿੱਚ ਦੇਖਦੇ ਹਾਂ, ਤਾਂ ਜਸਟ ਵਨ ਐਸਪੈਕਟ, ਉਹਦਾ ਫਰਕ ਤਾਂ ਪੈਂਦਾ ਆ, ਜ਼ਰੂਰ ਪੈਂਦਾ। ਲਾਸਟ ਵਰਡ ਤੇ ਆਪਾਂ ਨੂੰ ਨਾ ਇਕੱਲੇ ਸਿੱਖ ਨੂੰ, ਸੱਭਿਆਚਾਰ ਨੂੰ ਨਹੀਂ ਦੇਖਣ ਦੀ ਜ਼ਰੂਰਤ। ਪੰਜਾਬੀ ਵਿੱਚ ਨਾ ਆਪਣੇ ਮੇਬੀ ਸਾਡੇ 102 ਮਿਲੀਅਨ ਪੰਜਾਬੀ ਆ, ਪਰ 110 ਮਿਲੀਅਨ ਹਿੰਦੂ ਵੀ ਪੰਜਾਬੀ ਆ, ਸਮਝੇ ਨਾ? ਇਸ ਕਰਕੇ ਉਹ ਵੀ ਪੰਜਾਬੀ ਦੇ ਵਿੱਚ ਇਨਕੋਰਪੋਰੇਟ ਹੋਣੇ ਚਾਹੀਦੇ ਆ। ਅਸੀਂ ਇੱਕ ਇਕੱਲੇ ਧਰਮ ਦੇ ਨਾਲ ਨਹੀਂ ਜੋੜ ਸਕਦੇ, ਕਿਉਂਕਿ ਉਹ ਵੀ ਪੰਜਾਬੀ ਆ। ਐਕਚੁਅਲੀ ਜਦੋਂ ਅਸੀਂ ਇਹ ਕੋਰਸਿਸ ਅਪਰੂਵ ਕਰਵਾਏ ਨਾ, ਤੇ ਸਾਡੇ ਨਾਲ ਇੱਥੋਂ ਦੀ HFA ਹਿੰਦੂ ਫਾਊਂਡੇਸ਼ਨ ਆਫ ਅਮਰੀਕਾ, ਆਈ ਥਿੰਕ, ਉਹ ਵੀ ਸਾਡੇ ਨਾਲ ਸਹਿਯੋਗੀ ਸਨ, ਕਿਉਂਕਿ ਇਹ ਮਸਲਾ ਜਿਹੜਾ ਹੈ ਨਾ, ਇਹ ਸਾਰੀਆਂ ਮਾਈਨੋਰਿਟੀ ਐਥਨਿਸਿਟੀਜ਼ ਜਿਹੜੀਆਂ ਉਹਨਾਂ ਵੱਲੋਂ ਇਕੱਠਾ ਹੋ ਕੇ ਜਾਂਦਾ ਹੈ, ਰੈਜ਼ੋਲੂਸ਼ਨ ਪ੍ਰਵਾਨ ਹੁੰਦਾ। ਨਹੀਂ ਤੇ ਉੱਥੇ ਕੋਈ ਇੱਕ ਵੀ ਜਿਹੜਾ ਨਾ ਉਹ ਇਹਦੇ ਖਿਲਾਫ ਹੋ ਜਾਵੇ ਤੇ ਉਹ ਗੱਲ ਬਹੁਤ ਲੰਘ ਜਾਂਦੀ ਹੈ। ਸੋ ਹਿੰਦੂ ਭਰਾ ਨੇ ਜਿਹੜੇ ਉਹ ਸਾਰੇ ਜਿਹੜੇ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਸਿੱਖਾਂ ਦੇ 9/11 ਤੋਂ ਬਾਅਦ ਜਦੋਂ ਹੋਇਆ ਨਾ ਬੜਾ ਕੁਝ ਡਿਸਕ੍ਰਿਮੀਨੇਸ਼ਨ, ਸਪੈਸ਼ਲੀ ਸਿੱਖਾਂ ਨੂੰ ਟਾਰਗੇਟ ਤੇ ਲਾਇਆ, ਤੇ ਉਦੋਂ ਸਾਰਿਆਂ ਨੇ ਹਮਦਰਦੀ ਕੀਤੀ। ਉਹਨਾਂ ਦਿਨਾਂ ਦੇ ਵਿੱਚ ਇਹ ਕੰਮ ਹੋ ਰਿਹਾ ਸੀ, ਤੇ ਉਹਦੇ ਵਿੱਚ ਹਿੰਦੂ ਭਰਾ ਜਿਹੜੇ ਨੇ ਉਹ ਨਾਲ ਨੇ ਹੈਗੇ ਇਹਦੇ ਚ। ਇੰਡੀਆ ਚ ਵੀ ਜਦੋਂ ਫਾਰਮਰ ਮੂਵਮੈਂਟ ਦੇ ਵਿੱਚ ਨਾਲ ਹੀ ਆ, ਸਾਰੇ ਨਾਲ ਆ। ਇਸ ਕਰਕੇ ਜਿਹੜੇ ਬੰਦੇ ਪੰਜਾਬੀ ਬੋਲਦੇ ਆ ਨਾ, ਉਹਨਾਂ ਨੂੰ ਹੋਰ ਪੰਜਾਬੀ ਬੁਲਾ ਕੇ ਸਾਰੇ ਪਾਸੇ ਫੈਲਾਈ ਜਾਵੇ ਤਾਂ ਚੰਗੀ ਗੱਲ ਆ। ਸਰਬਜੀਤ ਸਿੰਘ ਜੀ, ਤੁਸੀਂ ਰੈਪ ਅਪ ਕਰੋਗੇ 30 ਸੈਕਿੰਡ ਦੇ ਵਿੱਚ। ਸਰਬਜੀਤ ਸਿੰਘ ਜੀ। ਹਾਂਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੋਹਣੀਆਂ ਵਿਚਾਰਾਂ ਹੋਈਆਂ ਹੈ, ਜਿਸ ਤਰ੍ਹਾਂ ਡਾਕਟਰ ਜੋਸਨ ਹੋਣਾ ਨੇ ਦੱਸਿਆ ਕਿ ਉਸ ਤੋਂ ਅੱਗੇ ਬੋਲੀ ਦੀ ਤੇ ਗੱਲ ਬਹੁਤ ਵਧੀਆ ਹੋ ਗਈ ਆ, ਸਾਰਿਆਂ ਨੂੰ ਅੰਡਰਸਟੈਂਡ ਕਰਦੇ ਆ, ਫੀਲ ਕਰਦੇ ਆ, ਪਰ ਜਿਹੜਾ ਸਾਡਾ ਕਲਚਰ ਆ ਬਹੁਤ ਕਨਫਿਊਜ਼ਡ ਹੈ, ਉਹਦੀ
ਇਹ ਜ਼ਿਆਦਾ ਜਿਹੜੀ ਚੀਜ਼ ਹੈ ਨੈਗੇਟਿਵਿਟੀ ਇਹਦੇ ਚੋਂ ਨਿਕਲਦੀ ਹੈ, ਜਿੱਦਾਂ ਡਰਿੰਕਿੰਗ ਦੀ ਜਾਂ ਗਾਲਾਂ ਦੀ ਜਾਂ ਸਿਰਫ ਭੰਗੜਿਆਂ ਦੀ। ਇਹੀ ਕਲਚਰ ਜਿਹੜਾ ਹੈਗਾ ਪੰਜਾਬੀ ਨੂੰ ਕੀਤਾ ਜਾ ਸਕਦਾ। ਪਰ ਇਹਦੇ ਵਿੱਚ ਹੋਰ ਦੂਸਰੀਆਂ ਚੀਜ਼ਾਂ ਕੀ ਹੈਗੀਆਂ ਨੇ, ਉਹਦੇ ਵਿੱਚੋਂ ਅਸੀਂ ਵੀ ਡਿਪਰਾਈਵਡ ਹੈਗੇ ਹਾਂ ਤੇ ਸਾਡੇ ਬੱਚੇ ਵੀ ਡਿਪਰਾਈਵਡ ਹੈਗੇ ਨੇ। ਸੋ ਇਹਦੇ ਉੱਤੇ ਆਈ ਡੋਂਟ ਥਿੰਕ ਕਿ ਇੱਕ ਸ਼ੋਅ ਦੇ ਵਿੱਚ, ਇੱਕ ਮੀਟਿੰਗ ਦੇ ਵਿੱਚ ਇਹਦਾ ਹੱਲ ਲੱਭੂਗਾ। ਇਹ ਤੇ ਪਹਿਲਾਂ ਤਾਂ ਆਈਡੈਂਟੀਫਾਈ ਕਰਨਾ ਵੀ ਸਾਡਾ ਕਲਚਰ ਹੈ ਕੀ ਹੈ, ਯੂ ਨੋ, ਤੇ ਉਸ ਕਲਚਰ ਦੇ ਵਿੱਚ ਅਸੀਂ ਇਸ ਕਲਚਰ 'ਚ ਰਹਿ ਰਹੇ ਹਾਂ, ਆਪਣੇ ਕਲਚਰ ਨੂੰ ਕਿੱਦਾਂ ਪ੍ਰੀਜ਼ਰਵ ਕਰਦੇ ਹੋਏ, ਇਸ ਕਲਚਰ ਦੇ ਵਿੱਚ ਰਹਿੰਦੇ ਹੋਏ ਕਿਸ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਅਸਿਮੀਲੇਟ ਕਰਕੇ ਅਸੀਂ ਆਪ ਵੀ ਰਹਿਣਾ ਤੇ ਆਪਣੇ ਬੱਚਿਆਂ ਨੂੰ ਵੀ ਲੈਣਾ ਹੈਗਾ, ਜਿਹਦੇ 'ਚ ਹਰਭਜਨ ਸਮਰਾ ਜੀ 30 ਸੈਕਿੰਡ ਪਲੀਜ਼। ਹਾਂਜੀ ਭਾਈ ਜੀ, ਅਸੀਂ ਤਾਂ ਜਿਹੜੇ ਆ ਨਾ, ਜਿਹੜੇ ਰੋਲ ਮਾਡਲਸ ਆ ਅਸੀਂ ਐਕਚੁਅਲੀ, ਜਿੱਦਾਂ ਸਰਬਜੀਤ ਸਿੰਘ ਉਹਨਾਂ ਨੇ ਕਿਹਾ, ਉਹ ਸਿਰਫ ਉਹਦੇ ਨਾਲ ਪੰਜਾਬੀ ਬੋਲਣ ਨਾਲ ਜਾਂ ਪੜ੍ਹਨ ਨਾਲ ਨਹੀਂ ਹੁੰਦਾ ਕਿ ਜਦੋਂ ਅਸੀਂ ਉਹ ਜਿਹੜਾ ਕਲਚਰਲੀ ਆਉਂਦਾ ਕਿ ਪਹਿਲਾਂ ਤਾਂ ਸਾਨੂੰ ਅਸੀਂ ਆਪ ਵਧੀਆ ਬਣਨਾ, ਆਪ ਵਧੀਆ ਬਣ ਕੇ ਜੋ ਕਹਿੰਦੇ ਆ ਉਹ ਕਰਨਾ। ਜੋ ਸਾਡਾ, ਜੇ ਅਸੀਂ ਧਾਰਮਿਕ ਲੁੱਕ ਆ ਸਾਡੀ, ਤੇ ਜੇ ਜੋ ਧਰਮ ਕਹਿੰਦਾ, ਅਸੀਂ ਉਹਨਾਂ ਬੰਦਿਆਂ ਦੀ ਇੱਕ ਹੋਰ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਬਿਲਕੁਲ ਹੀ ਕੋਈ ਮਤਲਬ ਕਿ ਗਲਤ ਕੰਮ ਨਾ ਕਰਨ। ਦੂਸਰੇ ਨੰਬਰ ਤੇ ਜਦੋਂ ਅਸੀਂ ਕਮਿਊਨਿਟੀ 'ਚ ਵਰਤਦੇ ਹਾਂ, ਹੁਣ ਮੈਨੂੰ ਤਾਂ ਕਾਫੀ ਟਾਈਮ ਤੋਂ ਕਾਫੀ ਦੁਨੀਆ ਸਾਡੇ ਸਾਡੇ ਟ੍ਰੇਡ ਦੀ ਦੁਨੀਆ ਜਾਣਦੀ ਆ। ਜੇ ਮੈਂ ਉਹਨਾਂ ਦੇ ਕੱਲੇ ਦੇ ਪੈਸੇ ਮਾਰੇ ਹੋਏ ਹੋਣ ਜਾਂ ਕਿਸੇ ਨਾਲ ਗਲਤ ਵਿਹਾਰ ਕੀਤਾ ਹੋਇਆ ਹੋਵੇ ਤਾਂ ਉਹ ਲੋਕੀ ਮਤਲਬ ਐਡਵਰਟਾਈਜ਼ਮੈਂਟ, ਜੇ ਮੈਂ ਹੁਣ ਪੱਗ ਬੰਨਦਾ, ਮੈਂ ਮਾਰਕੀਟ ਵਿੱਚ ਵੀ ਪੱਗ ਬੰਨ ਕੇ ਰੱਖੀ ਆ ਤੇ ਲੋਕੀ ਪੁੱਛਦੇ ਕੌਣ ਆ, ਤੇ ਦੈਨ ਯੂ ਸੇ ਸਿੱਖ, ਦੈਨ ਯੂ ਸੇ ਪੰਜਾਬੀ, ਸਿੱਖ ਕਿੱਥੋਂ ਆ, ਪੰਜਾਬ ਤੋਂ ਆ। ਤੇ ਉਹ ਸਾਰਾ ਕਲਚਰ ਤੁਹਾਡਾ ਆਪਣੇ ਆਪ ਹੀ ਐਡਵਰਟਾਈਜ਼ਮੈਂਟ ਹੋ ਜਾਂਦਾ। ਜਿੱਦਾਂ ਦਾ ਕਿਸੇ ਬੰਦੇ ਦਾ ਬਾਹਰ ਦੀ ਕਮਿਊਨਿਟੀ 'ਚ ਬਾਹਰ ਪੈਂਦਾ, ਤੁਸੀਂ ਉਹ ਤੁਹਾਡੀ ਸਾਰੀ ਕਮਿਊਨਿਟੀ ਨੂੰ ਉਦਾਂ ਦੇ ਸਮਝਣ ਲੱਗ ਪੈਂਦੇ ਆ। ਤੇ ਉਹ ਹਰ ਇੱਕ ਬੰਦੇ ਦੀ, ਉਹ ਅਸੀਂ ਮਿਨੋਰਟੀਜ਼ ਹੋਣ ਕਰਕੇ ਸਾਡੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਜਿਹੜਾ ਸਾਡਾ ਅਕਸ ਆ, ਸਾਡੇ ਜਿਹੜੇ ਡਾਕਟਰ ਆ, ਸਾਡੇ ਵਕੀਲ ਆ, ਜਿਹੜੇ ਪ੍ਰੋਫੈਸ਼ਨਲ ਵੀ ਆ, ਉਹਨਾਂ ਨੂੰ ਵੀ ਇੱਕ ਨਾਟ ਕੇ ਜੇ ਇੱਥੇ ਚੀਟਿੰਗ ਕਰਕੇ ਉਹ ਦੂਜੇ ਲੋਕੀ ਉਹ ਕਰਦੇ ਆ, ਤੇ ਇਹ ਸਾਡੀ ਜਿਹੜੀ ਕਮਿਊਨਿਟੀ ਦੇ ਲੋਕੀ ਆ ਉਹ ਵੀ ਏਦਾਂ ਕਰਨ। ਦੂਸਰੇ ਨੰਬਰ ਤੇ ਜਿਹੜੀ ਬੋਲੀ ਦਾ ਤੇ ਧਰਮ ਦਾ, ਇੱਥੇ ਅਸੀਂ ਬੋਲੀ ਪ੍ਰੀਚ ਕਰ ਰਹੇ ਹਾਂ। ਨੰਬਰ 2 ਤੇ ਜਿਹੜੇ ਹਿੰਦੂ ਆ ਪੰਜਾਬ ਦੇ, ਉਹ ਵੀ ਸਿੱਖ ਹੀ ਆ। ਮੋਸਟ ਆਫ ਜਿਹੜਾ ਉਹਨਾਂ ਦਾ ਕਲਚਰ ਆ ਉਹਦੇ ਵਿੱਚ ਸਿੱਖੀਜ਼ਮ ਵੀ ਵੜਿਆ ਹੋਇਆ। ਦੂਸਰੇ ਨੰਬਰ ਤੇ ਜਦੋਂ ਮਾਰ ਪੈਂਦੀ ਆ, ਸਾਨੂੰ ਵਰਲਡ ਵਾਈਡ ਇਹ ਸਿੱਖ ਲੈਣਾ ਚਾਹੀਦਾ ਵੀ ਸਾਰਿਆਂ ਨੂੰ ਇਕੱਠਿਆਂ ਨੂੰ ਪੈਂਦੀ ਆ। ਜਦੋਂ ਦਿੱਲੀ ਦੇ ਦੰਗੇ ਵੀ ਹੋਏ, ਉਦੋਂ ਵੀ ਉੱਥੇ ਹਿੰਦੂ ਵੀ ਮਾਰੇ ਗਏ ਜਿਨ੍ਹਾਂ ਦੇ ਕੜੇ ਪਾਏ ਹੋਏ ਸੀ। ਉਹ ਸਾਰਾ ਕੁਝ ਹੀ ਆ ਜਿਹੜਾ, ਇਹ ਸਾਰੇ ਮੁਸਲਿਮ ਪੰਜਾਬੀ ਵੀ ਜਿਹੜੇ ਆ, ਹਿੰਦੂ ਪੰਜਾਬੀ ਵੀ ਆ, ਸਿੱਖ ਪੰਜਾਬੀ ਵੀ ਆ, ਪੰਜਾਬੀ ਹੋਣ ਦੇ ਨਾਤੇ ਇਹ ਸਾਰੇ ਇੱਕ ਆ। ਥੈਂਕ ਯੂ। ਅਰਜਨ ਸਿੰਘ ਜੀ ਤੁਸੀਂ ਰੈਪ ਅਪ ਕਰੋ ਜੀ, 30 ਸੈਕਿੰਡ ਪਲੀਜ਼। ਜਿੱਥੋਂ ਸੀ ਨਾ ਲੈਂਗੁਏਜ ਦੇ ਹਿਸਾਬ ਨਾਲ ਮੈਂ ਇਸ ਗੱਲ ਨਾਲ ਬਿਲਕੁਲ ਹੀ ਸਹਿਮਤ, ਬਿਲਕੁਲ ਹੀ ਸਾਨੂੰ ਲੈਂਗੁਏਜ ਜਿਹੜੀ ਆ ਉਹ ਘਰੜ ਪੰਜਾਬੀ ਵਿੱਚ ਬੋਲਣੀ ਚਾਹੀਦੀ। ਇਸ ਵਿੱਚ ਬੜੇ ਸੰਸਕ੍ਰਿਤ ਦੇ ਸ਼ਬਦ ਹੈਗੇ ਆ। ਅਸਲੀ ਗੱਲ ਆ, ਵਧੀਆ ਜ਼ਬਾਨ ਉਹ ਹੁੰਦੀ ਆ, ਤਰੱਕੀ ਉਹ ਕਰਦੀ ਆ ਜਿਹੜਾ ਹਾਜ਼ਮਾ ਤੇਜ਼ ਹੁੰਦਾ ਵਾ। ਜਦੋਂ ਇੰਗਲਿਸ਼ ਚੱਲੀ ਸੀ ਬੜੀ ਇੰਡੀਵਿਜੂਅਲ ਸੀ, ਪਰ ਉਹਨੇ ਯੂਰਪੀਅਨ ਜਿੰਨੀਆਂ ਲੈਂਗੁਏਜ ਸੀ ਸਾਰੀਆਂ ਦੇ ਵਧੀਆ ਸ਼ਬਦ ਜਿਹੜੇ ਸੀ ਆਪਣੇ ਚ ਇਨਕਲੂਡ ਕੀਤੇ, ਤੇ ਸੋ ਇੰਗਲਿਸ਼ ਦਾ ਹਾਜ਼ਮਾ ਬਹੁਤ ਤੇਜ਼ ਹੋ ਗਿਆ। ਪੰਜਾਬੀ ਦਾ ਸ਼ਬਦ ਜਿਹੜਾ ਸੀ ਆ ਘੀ, ਜਿਹੜਾ ਵਾ ਘਿਓ ਜਿਹੜਾ ਆਪਾਂ ਖਾਂਦੇ ਆ, ਇਹ ਐਸਾ ਚ ਉਹਨਾਂ ਨੇ ਸ਼ਾਮਲ ਕਰ ਲਿਆ। ਉਹਨਾਂ ਨੇ ਆਖਿਆ ਇਹ ਪਹਿਲਾਂ ਹੈ ਨਹੀਂ ਸੀ, ਇਟਸ ਵੈਰੀ ਗੁੱਡ। ਸੋ ਮੈਂ ਇਸ ਨਾਲ ਵੀ ਸਾਨੂੰ ਜਦੋਂ ਜੇ ਅਸੀਂ ਇੱਥੇ ਬਾਹਰਲੇ ਕੰਟਰੀ 'ਚ ਰਹਿੰਦੇ ਆਪਣੀ ਲੈਂਗੁਏਜ ਦਾ बढ़ोतरी ਕਰਨਾ ਚਾਹੁੰਦੇ ਆ, ਇਹਨੂੰ ਉੱਪਰ ਲਿਜਾਣਾ ਚਾਹੁੰਦੇ ਆ, ਤਾਂ ਇਹਦਾ ਹਾਜ਼ਮਾ ਸਾਨੂੰ ਤੇਜ਼ ਰੱਖਣਾ ਪਊਗਾ। ਇੰਨੀ ਗੱਲ ਲੈਂਗੁਏਜ ਦੇ ਬਾਰੇ। ਤੇ ਦੂਸਰੀ ਗੱਲ ਜਿਹੜੀ ਆ ਉਹ ਕਲਚਰ ਬਾਰੇ ਆਪਾਂ ਫੇਰ ਕਰਾਂਗੇ। ਯਾਰ ਦੈਟਸ ਰਾਈਟ, ਨੈਕਸਟ ਟਾਈਮ। ਓਕੇ ਸੰਘੇੜਾ ਸਾਹਿਬ। ਜੀ ਮੈਂ ਜਸਟ ਕੁਇਕਲੀ 2 ਪੁਆਇੰਟ ਮੇਕ ਕਰਨੇ ਆ। ਇੱਕ ਤਾਂ ਡਾਕਟਰ ਜੋਸਨ ਹੋਣੀ ਬਹੁਤ ਸੋਹਣਾ ਕਿਹਾ ਵੀ ਕਲਚਰ ਔਰ ਲੈਂਗੁਏਜ ਜਿਹੜੇ ਆ ਬਹੁਤ ਇੰਟਰਰਿਲੇਟਡ ਆ, ਆਪਾਂ ਨੂੰ ਚਾਹੀਦਾ ਉਸ ਬਾਰੇ ਵੀ। ਟੋਰਾਂਟੋ ਸ਼ਾਇਦ ਤੁਹਾਨੂੰ ਕੁਝ ਯਾਦ ਹੋਊਗਾ, ਕੁਝ ਸਮਾਂ ਪਹਿਲਾਂ ਇੱਕ ਬਹੁਤ ਵੱਡੀ ਰਿਸਰਚ ਕੀਤੀ ਉਹਨੇ ਆਪਣੀ ਕਮਿਊਨਿਟੀ ਤੇ, ਸਾਊਥ ਏਸ਼ੀਅਨ ਕਮਿਊਨਿਟੀ ਦੇ, ਔਰ ਡਰਿੰਕਿੰਗ ਹੈ ਜਿਹੜੀ, ਦੈਟ ਵਾਸ ਦ ਬਿਗ ਇਸ਼ੂ। ਉਸ ਬਾਰੇ ਕਾਫੀ ਉਹ ਬਹੁਤ ਵੱਡੀ ਰਿਪੋਰਟ ਸੀਗੀ ਉਹਨਾਂ ਦੀ ਰਿਸਰਚ। ਦੂਸਰਾ ਮੈਂ ਪੋਜ਼ਿਟਿਵ ਨੋਟ ਇਹ ਦੇਣਾ ਕਿ ਨਵਕਿਰਨ ਸੀ ਆਪਣੇ ਲਾਸਟ ਸੈਸ਼ਨ ਵਿੱਚ ਲਾਸਟ ਸੰਡੇ, ਨਵਕਿਰਨ ਕੌਰ ਨੱਤ, ਜਿਹੜੀ ਲੜਕੀ ਆਪਣੇ ਸਿੰਘੂ ਬਾਰਡਰ ਤੇ ਜਿਹੜਾ ਟਰਾਲੀ ਟਾਈਮਸ ਆ ਉਹਦੀ ਐਡੀਟਰ ਆ, ਪੰਜਾਬੀ ਤੇ ਹਿੰਦੀ ਸੈਕਸ਼ਨ ਉਹ ਐਡਿਟ ਕਰਦੀ ਆ। ਉਹਨੂੰ ਅਸੀਂ ਜਿਹੜਾ ਸਾਡੀ ਸੀਗੀ ਪੰਜਾਬੀ ਲੈਂਗੁਏਜ ਐਜੂਕੇਸ਼ਨ ਦੀ ਕਾਨਫਰੰਸ ਅਸੀਂ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਮਨਾਇਆ, ਉਹ ਸਾਡੀ ਸਪੈਸ਼ਲ ਗੈਸਟ ਸੀ। ਉਹ ਕਹਿੰਦੀ ਵੀ ਪੰਜਾਬੀ ਸਿੰਘੂ ਬਾਰਡਰ ਤੇ ਖਾਸ ਕਰ
ਇਸ ਵੇਲੇ ਇੱਕ ਕਿਸਮ ਦੀ ਇੰਟਰਨੈਸ਼ਨਲ ਲੈਂਗੁਏਜ ਬਣ ਗਈ ਆ। ਬਾਕੀ ਜਿਹੜੇ ਆ ਦੂਜੇ ਸੂਬਿਆਂ ਤੋਂ ਵੀ ਉਹ ਵੀ ਹੁਣ ਪੰਜਾਬੀ 'ਚ ਬੋਲਣ ਲੱਗ ਪਏ ਆ। ਇੱਥੋਂ ਤੱਕ ਕਿ ਸ਼ਾਇਦ ਤੁਸੀਂ ਵੀ ਸੁਣਿਆ ਹੋਊਗਾ, ਰਕੇਸ਼ ਟਕੈਤ ਨੇ ਕੱਲ ਜਿਹੜੀ ਸਪੀਚ ਕੀਤੀ ਆ ਉਹ ਵੀ ਪੰਜਾਬੀ ਸੀ। ਸੋ ਕਹਿੰਦੀ ਹੁਣ ਪੰਜਾਬੀ ਬਹੁਤ ਪ੍ਰਮੋਟ ਹੋ ਰਹੀ, ਉੱਥੇ ਲੋਕਾਂ ਨੂੰ ਲਿੰਕ ਕਰ ਰਹੀ ਆ। ਸੋ ਉਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ। ਸੋ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਬਰਾੜ ਸਾਹਿਬ ਜੀ। ਉਦੋਂ ਮੇਰੀ ਆਵਾਜ਼ ਠੀਕ ਨਹੀਂ ਸੀ ਆ ਰਹੀ। ਮੇਰੇ ਦੋ ਹੀ ਨੁਕਤੇ ਸੀਗੇ ਜੀ। ਜਿਹੜਾ ਉਸ ਸਮੇਂ ਮੈਂ ਪੁਆਇੰਟ ਮੇਕ ਕਰ ਰਿਹਾ ਸੀਗਾ ਉਹ ਇਨਕਲੂਜਨ ਦਾ ਸੀ, ਜਿਵੇਂ ਡਾਕਟਰ ਜੋਸਨ ਨੇ ਕਿਹਾ ਨਾ, ਕਿਉਂਕਿ ਇਨਕਲੂਜਨ ਦੀ ਗੱਲ ਮੇਰਾ ਵੀ ਪੁਆਇੰਟ ਲਿਖਿਆ ਹੋਇਆ ਸੀਗਾ ਕਿ ਪੰਜਾਬੀ ਨੂੰ ਰਿਲੀਜੀਅਸ ਸਪੇਸ ਤੋਂ ਬਿਯੋਂਡ ਵੀ ਲੈ ਕੇ ਜਾਣ ਦਾ ਜਿਹੜਾ ਮੁੱਦਾ ਹੈਗਾ ਉਹ ਵੀ ਸਾਰਿਆਂ ਨੇ ਡਿਸਕਸ ਕੀਤਾ ਹੀ ਹੈ ਜੀ। ਉਹਦੇ ਵਿੱਚ ਇਹ ਹੈ ਕਿ ਆਪਾਂ ਇਸ ਚੀਜ਼ ਦਾ ਖਮਿਆਜ਼ਾ ਭੁਗਤ ਚੁੱਕੇ ਹਾਂ। ਜਿਵੇਂ ਇਹਨਾਂ ਨੇ ਗੱਲ ਕੀਤੀ ਪਹਿਲਾਂ ਕਿ ਪੰਜਾਬ ਦੇ ਜਿਹੜੇ ਬਹੁਤ ਹਿੰਦੂ ਭਾਈਚਾਰੇ ਦੇ ਲੋਕ ਸੀ, ਉਹਨਾਂ ਨੇ ਬਹੁਤ ਗਿਲਾ ਕਈਆਂ ਨੂੰ ਹੈਗਾ ਕਿ ਉਹਨਾਂ ਨੇ ਪੰਜਾਬੀ ਦੀ ਬਜਾਏ ਹਿੰਦੀ ਆਪਣੀ ਲੈਂਗੁਏਜ ਕਿਉਂ ਲਿਖਵਾਈ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਉਹਦੀ ਲੈਣੀ ਪੈਣੀ ਹੈ, ਕਿਉਂਕਿ ਇਹ ਫੀਲਿੰਗ ਆਫ ਐਲੀਨੇਸ਼ਨ ਆਪਾਂ ਉਸ ਚੀਜ਼ ਭੁਗਤ ਚੁੱਕੇ ਹਾਂ। ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਆਪਾਂ ਨੂੰ ਇਨਕਲੂਜਨ, ਮੈਂ ਨਿੱਜੀ ਤੌਰ ਤੇ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਗੁਰਮੁਖੀ ਸਿਖਾਈ, ਹੁਣ ਮੈਂ ਸ਼ਾਹਮੁਖੀ ਸਿਖਾ ਰਿਹਾ ਜੀ। ਹੁਣ ਅਲਫ ਬੇ ਪੇ ਚੱਲਦੀ ਹੈ ਸਾਡੇ ਘਰੇ। ਸੋ ਉਹ ਬਹੁਤ ਜ਼ਰੂਰੀ ਹੈ ਸਾਰੇ ਭਾਈਚਾਰਿਆਂ ਨੂੰ ਇਸ ਚੀਜ਼ ਦਾ ਅਹਿਸਾਸ ਕਰਵਾਉਣਾ। ਜਿੱਥੇ ਵੀ ਕਿਤੇ ਗੱਲ ਹੁੰਦੀ ਹੈ, ਪੰਜਾਬੀ ਦੀ ਗੱਲ ਸ਼ੁਰੂ ਹੁੰਦੀ ਹੈ, ਪਰ ਉਹ ਸਿੰਬੜ ਕੇ ਕਿਸੇ ਸਿਰਫ ਇੱਕ ਜਾਂ ਧਰਮ ਦੇ ਉੱਤੇ ਆ ਜੁੜਦੀ ਹੈ, ਕਿਉਂਕਿ ਸਹਿ ਸੁਭਾਵਿਕ ਤੌਰ ਦੇ ਉੱਤੇ ਦੋਨਾਂ ਨੂੰ ਮਿਕਸ ਕਰ ਦਿੰਦੇ ਅਕਸਰ। ਇੱਕ ਚੀਜ਼ ਇਹ ਜੀ। ਦੂਸਰੀ ਚੀਜ਼ ਇਹ ਹੈ, ਜੇ ਇਸ ਚੀਜ਼ ਨੂੰ ਲੈ ਕੇ ਜਾਣਾ ਤਾਂ ਇਕਨੋਮਿਕਸ ਦੇ ਨਾਲ ਜਿਹੜਾ ਭਾਸ਼ਾ ਦਾ ਜਿਹੜਾ ਸਿੱਧਾ ਸੰਬੰਧ ਹੈ ਜੀ, ਭਵਿੱਖ ਜਿੰਨੇ ਪੰਜਾਬੀ ਸਾਡੇ ਸੱਜਣ ਨੇ ਬਹੁਤ ਵੈਲਥੀ ਹੈਗੇ ਨੇ ਆਪਣੀ ਕਮਿਊਨਿਟੀ। ਔਰ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਪੰਜਾਬੀ ਦਾ ਬੱਚਿਆਂ ਦੇ ਲਈ ਇੱਕ ਕਿਡਜ਼ ਚੈਨਲ, ਭਾਵੇਂ ਉਹ ਡਿਜ਼ਨੀ ਲਾ ਲਓ, ਡਿਜ਼ਨੀ ਦਾ ਪੰਜਾਬੀ ਵਰਜਨ ਨਹੀਂ ਮਿਲਦੇ ਵੀ ਸਾਰੀ ਦੁਨੀਆ 'ਚ, ਭਾਰਤ ਦੇ ਵਿੱਚ ਵੀ ਨਹੀਂ। ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਜਦੋਂ ਮੇਰੇ ਬੱਚੇ ਬਠਿੰਡੇ ਜਾਂਦੇ ਆ ਤਾਂ ਉੱਥੋਂ ਦੇ ਕਾਰਟੂਨ ਦੇਖਦੇ ਆ ਤਾਂ ਉਹ ਹਿੰਦੀ ਗੱਲਾਂ ਕਰਦੇ ਆ ਕਿ ਡਿਜ਼ਨੀ ਦੇ ਕਾਰਟੂਨ ਪੰਜਾਬੀ 'ਚ ਅੱਜ ਤੱਕ ਕਿਉਂ ਨਹੀਂ ਕਰਕੇ। YouTube ਦਾ ਇੱਕ ਵੀ ਚੈਨਲ ਪੰਜਾਬੀ ਦੇ ਵਿੱਚ ਨਹੀਂ ਜਿੱਥੇ ਕਾਰਟੂਨ ਦੇ ਰਾਹੀਂ ਬੱਚਿਆਂ ਨੂੰ ਪੰਜਾਬੀ ਸੁਣਨ ਨੂੰ ਮਿਲਦੀ ਹੋਵੇ। ਔਰ ਇਹ ਸਿਰਫ ਤੇ ਲੈਂਗੁਏਜ ਨੂੰ ਇਕਨੋਮਿਕਸ ਦੇ ਨਾਲ ਜਦੋਂ ਜੋੜਾਂਗੇ, ਜਦੋਂ ਆਟੇ ਦੀ ਥੈਲੀ ਦੇ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਹੋਊ ਆਟਾ ਸਭ ਨੇ ਖਾਣਾ। ਸੋ ਲੈਂਗੁਏਜ ਤੇ ਇਕਨੋਮਿਕਸ ਦਾ ਜਿਹੜਾ ਲਿੰਕ ਹੈ ਉਹਨੂੰ ਸ਼ਾਇਦ ਪ੍ਰਫੁੱਲਤ ਕਰਨ ਦੀ ਜਾਂ ਸਮਝਣ ਦੀ ਲੋੜ ਹੈ। ਇਹਨਾਂ ਕਹਿੰਦਾ ਹਾਂ ਮੈਂ ਸਮਾਂ। ਥੈਂਕ ਯੂ ਜੀ। ਬਲਜਿੰਦਰ ਸਿੰਘ ਜੀ, ਸਿੱਧੂ ਸਾਹਿਬ ਰੈਪ ਅਪ ਕਰੋ ਜੀ। ਵੈਲ ਆਪਾਂ ਹੁਣ ਇਹ ਤਾਂ ਰੈਪ ਅਪ ਕਰ ਹੀ ਲਿਆ ਸਾਰਿਆਂ ਨੇ, ਪਰ ਮੈਂ ਹੁਣ ਇਸ ਟੌਪਿਕ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।